ਹੈਲੋ ਸਟੂਡੈਂਟਸ, ਅੱਜ ਆਪਾਂ ਡਿਸਕਸ ਕਰਾਂਗੇ ਐਲਕੇਨ ਤੇ ਸਾਈਕਲੋ ਐਲਕੇਨਸ। ਸੋ ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਦੇ ਆ ਐਲਕੇਨਸ। ਸੌਰੀ, ਐਲਕੇਨਸ ਕਿਆ ਹੁੰਦੇ ਨੇ? ਜਿਵੇਂ ਆਪਾਂ ਨੇ ਪਿਛਲੇ ਚੈਪਟਰ 'ਚ ਪੜ੍ਹਿਆ, ਆਪਾਂ ਨੇ ਪੜ੍ਹਿਆ ਐਲਕੇਨਸ। ਐਲਕੇਨਸ ਕਿਆ ਹੁੰਦੇ ਨੇ? ਵਿਚ ਕੰਟੇਨ ਕਾਰਬਨ ਕਾਰਬਨ ਡਬਲ ਬੌਂਡ। ਬਟ ਐਲਕੇਨਸ ਕਿਆ ਹੁੰਦੇ ਨੇ? ਇਹ ਵੀ ਹੁੰਦੇ ਹਾਈਡਰੋਕਾਰਬਨਸ ਹੀ ਆ, ਯਾਨੀ ਕਿ ਕਾਰਬਨ ਤੇ ਹਾਈਡਰੋਜਨ 'ਚ ਬੌਂਡ ਹੁੰਦਾ, ਬਟ ਉਹਨਾਂ ਦਾ ਫਾਰਮੂਲਾ ਐਲਕੇਨ ਦੇ ਨਾਲੋਂ ਡਿਫਰੈਂਟ ਹੁੰਦਾ। ਐਲਕੇਨ ਦਾ ਫਾਰਮੂਲਾ ਹੁੰਦਾ CnH2n+2, ਪਰ ਇਹਨਾਂ ਦਾ ਫਾਰਮੂਲਾ ਹੁੰਦਾ CnH2n। ਐਂਡ ਇਹ ਕਿਆ ਹੁੰਦੇ ਨੇ? ਅਨਸੈਚੂਰੇਟਡ ਹਾਈਡਰੋਕਾਰਬਨਸ ਹੁੰਦੇ ਨੇ। ਅਨਸੈਚੂਰੇਟਡ ਹਾਈਡਰੋਕਾਰਬਨਸ ਦਾ ਮਤਲਬ ਕਿਆ ਹੁੰਦਾ? ਵਿਚ ਕੰਟੇਨ ਡਬਲ ਔਰ ਟ੍ਰਿਪਲ ਬੌਂਡ। ਤੇ ਇਹਨਾਂ ਵਿੱਚ ਸਿੰਗਲ ਬੌਂਡ ਨਹੀਂ ਹੁੰਦਾ, ਡਬਲ ਔਰ ਟ੍ਰਿਪਲ ਬੌਂਡ ਹੁੰਦੇ ਨੇ, ਠੀਕ ਹੈ। ਔਰ ਜਿਹੜੇ ਐਲਕੀਨਸ ਹੁੰਦੇ ਨੇ ਇਹ ਬਹੁਤ ਜ਼ਿਆਦਾ ਹਾਈਲੀ ਰਿਐਕਟਿਵ ਕੰਪਾਊਂਡ ਹੁੰਦੇ ਨੇ। ਇਹ ਈਜ਼ੀਲੀ ਰਿਐਕਟ ਕਰ ਜਾਂਦੇ ਨੇ ਕਿਸੇ ਵੀ ਅਟੈਕਿੰਗ ਰੀਜਨ ਦੇ ਨਾਲ। ਜਦੋਂ ਕੋਈ ਵੀ ਅਟੈਕਿੰਗ ਰੀਜਨ ਇਹਨਾਂ ਦੇ ਵਿੱਚ ਐਡ ਕੀਤਾ ਜਾਂਦਾ ਐਜ਼ ਕੰਪੇਅਰ ਟੂ ਐਲਕੇਨਸ। ਐਲਕੇਨਸ ਆਰ ਕੁਆਇਟ ਐਲਕੇਨਸ ਰਿਐਕਟਿਵ ਹੁੰਦੇ ਨੇ, ਬਟ ਉਹ ਬਹੁਤ ਥੋੜੇ ਐਕਸਟੈਂਟ 'ਤੇ ਹੁੰਦੇ ਨੇ ਐਜ਼ ਕੰਪੇਅਰ ਟੂ ਐਲਕੇਨਸ। ਸੋ ਇਹ ਬਹੁਤ ਤਰ੍ਹਾਂ ਦੇ ਪ੍ਰੋਡਕਟਸ ਫਾਰਮ ਕਰ ਲੈਂਦੇ ਨੇ ਜਿਹੜੇ ਪ੍ਰੋਡਕਟ ਐਲਕੇਨ ਫਾਰਮ ਨਹੀਂ ਕਰਦੇ। ਨੈਕਸਟ ਆਪਾਂ ਡਿਸਕਸ ਕਰਨਾ ਹੈ ਨੋਮਨਕਲੇਚਰ। ਸੋ ਉਹ ਕਹਿੰਦੇ ਨੋਮਨਕਲੇਚਰ ਆਪਾਂ ਨੂੰ ਪਤਾ ਦੋ ਤਰ੍ਹਾਂ ਦਾ ਨੋਮਨਕਲੇਚਰ ਹੁੰਦਾ, ਇੱਕ ਕਾਮਨ ਹੁੰਦਾ, ਇੱਕ ਹੁੰਦਾ ਆਇਓਪੈਕ ਹੁੰਦਾ। ਸਭ ਤੋਂ ਪਹਿਲਾਂ ਆਪਾਂ ਦੇਖ ਲੈਂਦੇ ਹਾਂ ਕਾਮਨ ਸਿਸਟਮ। ਇਸ ਸਿਸਟਮ ਦੇ ਵਿੱਚ ਕਹਿੰਦਾ ਐਲਕੇਨ ਆਰ ਗਿਵਨ ਬਾਈ ਦਾ ਜਨਰਲ ਨੇਮ। ਐਲਕੇਨਸ ਨੂੰ ਉਹਨਾਂ ਦੇ ਜਨਰਲ ਨਾਮ ਓਲੀਫਿਨਸ ਤੋਂ ਜਾਣਦੇ। ਓਲੀਫਿਨ ਦਾ ਮਤਲਬ ਹੁੰਦਾ ਆਇਲ ਫਾਰਮਿੰਗ ਲਿਕੁਇਡਸ। ਜਦੋਂ ਕਹਿੰਦੇ ਕਲੋਰੀਨ ਹੈ, ਜਦੋਂ ਜਿਹੜਾ ਕਲੋਰੀਨ ਹੈ ਉਹ ਰਿਐਕਟ ਕਰਦਾ ਇਥੀਨ ਦੇ ਨਾਲ C2H4 ਦੇ ਨਾਲ, ਦੈਨ ਉਹ ਕਿਆ ਫਾਰਮ ਕਰਦਾ ਕੰਪਾਊਂਡ C2H2Cl2 ਵਿਚ ਇਜ਼ ਕਾਲਡ ਓਲੀਫਿਨਸ। ਯਾਨੀ ਕਿ ਉਹਨਾਂ ਨੂੰ ਕਿਆ ਕਹਿੰਦਾ? ਆਇਲ ਫਾਰਮਿੰਗ ਕੰਪਾਊਂਡਸ ਵੀ ਹੁੰਦੇ ਨੇ। ਸੋ ਦੈਟਸ ਵਾਈ ਇਟ ਇਜ਼ ਨੋਨ ਐਜ਼ ਓਲੀਫਿਨਸ। ਜਿਹੜਾ C2H2Cl2 ਹੈ ਇਹ ਕਿਆ ਇੱਕ ਤਰ੍ਹਾਂ ਦਾ ਗੈਸ ਦੀ ਪ੍ਰੋਡਿਊਸ ਹੁੰਦੀ ਹੈ, ਆਇਲ ਫਾਰਮਿੰਗ ਗੈਸ। ਸੌਰੀ, ਕੰਪਾਊਂਡ ਹੁੰਦਾ ਆਇਲ ਫਾਰਮਿੰਗ ਗੈਸ, ਇੱਕ ਤਰ੍ਹਾਂ ਦੀ ਗੈਸ ਹੁੰਦੀ ਜਿਹੜੀ ਕਿ ਆਇਲਸ ਦੇ ਵਿੱਚੋਂ ਫਾਰਮ ਹੁੰਦੀ ਹੈ। ਸੋ ਇਸੇ ਕਰਕੇ ਇਹਨਾਂ ਨੂੰ ਕਿਆ ਕਹਿੰਦਾ? ਓਲੀਫਿਨਸ। ਰਿਪਲੇਸਿੰਗ ਦਾ ਕਿਆ ਕਰਨਾ ਹੈ? ਕਹਿੰਦੇ ਜਦੋਂ ਇਹਨੂੰ ਕਾਮਨ ਸਿਸਟਮ ਦੇਣਾ ਤਾਂ ਜਿਹੜਾ ਇਹਨਾਂ ਦੇ ਪਿੱਛੇ ਏਨ ਲੱਗਦਾ, ਠੀਕ ਹੈ, ਜਿਵੇਂ ਹੋ ਗਿਆ ਇਥੇਨ, ਠੀਕ ਹੈ। ਐਲਕੇਨ ਹੈ, ਜਿਵੇਂ ਇਥੇਨ ਹੋ ਗਿਆ ETH, ਯਾਨੀ ਏ ਨੂੰ ਹਟਾ ਕੇ ਕਿਆ ਲਾ ਲੈਣਾ ਪਿੱਛੇ? YLENE, ਠੀਕ ਹੈ। ਸੋ ਜਿਵੇਂ ਕਾਰਬਨ 2 ਹੈ ਤਾਂ ਦੈਟ ਮੀਨ ਇਥੇਨ ਹੋ ਗਿਆ। ਤਾਂ ਆਪਾਂ ਨੇ ਕਿਆ ਕਰਨਾ ਹੈ? ਇਥੇਨ ਨੂੰ ਹਟਾ ਕੇ ਕਿਆ ਲਾਣਾ? ਏ ਨੂੰ ਹਟਾ ਕੇ YLENE, ਕਿਆ ਬਣ ਗਿਆ? ਇਥਾਈਲੀਨ। ਸੋ ਕਾਮਨ ਸਿਸਟਮ ਦੇ ਵਿੱਚ ਕਿਆ ਹੋਣਾ? ਆਪਾਂ ਨੇ ਕਾਮਨਲੀ ਐਲਕੇਨ ਚੱਕਣਾ। ਐਲਕੇਨ ਦਾ ANE ਹਟਾ ਕੇ ਕਿਆ ਲਗਾ ਦੇਣਾ? YLENE। ਸੋ ਇਨ ਦ ਕੇਸ ਆਫ ਆਈਸੋਮੈਰਿਕ ਕੰਪਾਊਂਡ ਦ ਪੋਜੀਸ਼ਨ ਆਫ ਡਬਲ ਬੌਂਡ ਇਜ਼ ਜਨਰਲੀ ਇੰਡੀਕੇਟਡ ਬਾਈ ਯੂਜ਼ਿੰਗ ਦਾ। ਅਗਰ ਡਬਲ ਬੌਂਡ ਜਿਹੜੀ ਪੋਜੀਸ਼ਨ ਹੈ, ਡਬਲ ਬੌਂਡ ਦੀ ਪੋਜੀਸ਼ਨ ਉਹਨੂੰ ਕਿਹਦੇ ਨਾਲ ਜਨਰਲੀ ਰਿਪਰੈਜ਼ੈਂਟ ਕਰਨਾ ਆਪਾਂ ਨੇ? ਅਲਫਾ, ਬੀਟਾ ਔਰ ਗਾਮਾ ਦੇ ਨਾਲ, ਐਜ਼ ਅਕੋਰਡਿੰਗ ਟੂ ਦ ਡਬਲ ਬੌਂਡ ਐਟ ਦ ਵਨ ਐਂਡ ਆਫ ਦ ਚੇਨ ਐਂਡ ਇਨਕਰੀਜ਼ਿੰਗਲੀ ਵੇ ਸਮ ਫਰੋਮ ਇਟ। ਕਿਆ ਕਰਨਾ ਹੈ ਕਿ ਅਗਰ ਫਸਟ ਪੋਜੀਸ਼ਨ ਤੇ ਫਸਟ ਕਾਰਬਨ ਦੇ ਨਾਲ ਲੱਗਿਆ ਤਾਂ ਅਲਫਾ, ਅਗਰ ਸੈਕਿੰਡ ਦੇ ਨਾਲ ਲੱਗਿਆ ਬੀਟਾ, ਅਗਰ ਥਰਡ ਦੇ ਨਾਲ ਲੱਗਿਆ ਤਾਂ ਗਾਮਾ। ਅਗਰ ਉਸ ਤੋਂ ਅੱਗੇ ਲੱਗਿਆ, ਜਿਵੇਂ ਜਿਵੇਂ ਚੇਨ ਵੱਧਦੀ ਜਾਏਗੀ, ਅਗਰ ਉਸ ਤੋਂ ਅੱਗੇ ਵੱਧ ਜਾਓਗੇ ਤਾਂ ਆਪਣੇ ਗ੍ਰੀਕ ਲੈਟਰਸ ਵੀ ਵੱਧਦੇ ਜਾਓਗੇ, ਦੈਨ ਡੈਲਟਾ, ਦੈਨ ਓਮੇਗਾ ਐਂਡ ਸੋ ਔਨ। Sometime prefix such as iso can be used for the branch isomer। ਅਗਰ ਇਹਨਾਂ ਦੇ ਨਾਲ ਬ੍ਰਾਂਚਿਸ ਲੱਗੀਆਂ ਹੋਈਆਂ ਨੇ, ਠੀਕ ਹੈ, ਤਾਂ ਬ੍ਰਾਂਚਿਸ ਦਾ ਮਤਲਬ ਕੀ ਹੁੰਦਾ? ਜਿਵੇਂ ਮੈਂ ਲਿਖਿਆ C2H2, ਠੀਕ ਹੈ, ਔਰ ਇਹਦੇ ਨਾਲ ਇੱਥੇ ਕਹਿ ਲਾਤਾ CH, ਦਿਸ ਇਜ਼ ਕਾਲਡ ਬ੍ਰਾਂਚ। ਅਗਰ ਕਹਿੰਦੇ ਸਮ ਟਾਈਮ ਆਈਸੋ ਵੀ ਯੂਜ਼ ਹੁੰਦਾ ਵਰਡ, ਕਦੋਂ? ਜਦੋਂ ਆਪਣੇ ਕੋਲ ਕਿਆ ਹੁੰਦਾ? ਬ੍ਰਾਂਚ ਚੇਨ ਆਈਸੋਮਰਸ ਹੁੰਦੇ ਨੇ। ਸੋ ਹੁਣ ਦੇਖ ਲਓ C2H, ਵੈਸੇ ਤਾਂ ਆਪਣੇ ਕੋਲ ਡਾਈਵੈਲੈਂਟ ਰੈਡੀਕਲ ਹੁੰਦਾ। C2H ਜਿਹੜਾ CH2 ਆ ਉਹ ਇਥੇਨ ਦੇ ਉਹਨਾਂ ਦੇ ਵਿੱਚ ਨਹੀਂ ਆਉਂਦਾ, ਐਲਕੀਨਸ ਦੇ ਵਿੱਚ ਨਹੀਂ ਆਉਂਦਾ, ਬਟ C2H2 ਕਿਆ ਹੁੰਦਾ? ਡਾਈਵੈਲੈਂਟ ਰੈਡੀਕਲ ਹੁੰਦਾ, ਜਿਹਨੂੰ ਆਪਾਂ ਕਹਿੰਦੇ ਆ ਮਿਥੇਨ ਜਾਂ ਫਿਰ ਮਿਥਾਈਲੀਨ, ਠੀਕ ਹੈ ਜੀ। ਸੋ ਉਸ ਤੋਂ ਨੈਕਸਟ ਦੇਖੋ ਐਲਕੇਨ ਦੇ ਵਿੱਚ ਕਿਆ ਨਾਮ ਹੁੰਦਾ? ਤਾਂ ਇਥੇਨ। ਤੇ ਐਲਕੀਨਸ 'ਚ ਕਿਆ ਹੁੰਦਾ? ਇਥਾਈਲੀਨ ਹੋ ਗਿਆ, ਪ੍ਰੋਪੇਨ, ਪ੍ਰੋਪਾਈਲੀਨ ਹੋ ਗਿਆ, ਬਿਟੇਨ। ਹੁਣ ਜਿਵੇਂ ਫਸਟ ਪੋਜੀਸ਼ਨ ਤੇ ਡਬਲ ਬੌਂਡ ਆ, ਸਿੰਪਲ ਆਪਾਂ ਨੂੰ ਬਿਟੇਨ ਕਹਿੰਦੇ ਆ, ਪਰ ਜਦੋਂ ਆਪਾਂ ਐਲਕੀਨ ਦੀ ਗੱਲ ਕਰਦੇ ਅਲਫਾ ਬਿਟੇਨ, ਅਲਫਾ ਬਿਟਾਈਲੀਨ, ਸੌਰੀ, ਕਿਉਂਕਿ ਫਸਟ ਕਾਰਬਨ ਦੇ ਨਾਲ ਲੱਗਿਆ। ਫਸਟ ਕਾਰਬਨ ਅਲਫਾ ਕਾਰਬਨ ਦੇ ਨਾਲ ਜਿਹੜਾ ਬੌਂਡ ਲੱਗਿਆ ਕਿਉਂਕਿ ਅਲਫਾ। ਅਗਰ ਇੱਥੇ ਹੁੰਦਾ ਨੈਕਸਟ ਤਾਂ ਕਿਆ ਹੋਣਾ? ਤਾਂ ਬੀਟਾ। ਅਗਰ ਇੱਥੇ ਹੁੰਦਾ ਤਾਂ ਕਿਆ ਹੋਣਾ? ਤਾਂ ਗਾਮਾ। ਸੋ ਸੈਕਿੰਡ ਦੇਖੋ ਹੋਏਗਾ ਤਾਂ ਇਹ ਵੀ ਬਿਟੇਨ ਹੀ ਆ, ਬਟ ਇਹਦੀ ਡਬਲ ਬਾਉਂਡਰੀਸ਼ਨ ਕਿੱਥੇ ਹੈ? ਸੈਕਿੰਡ ਕਾਰਬਨ ਦੇ, ਦੈਟਸ ਵਾਈ ਇਟ ਇਜ਼ ਕਾਲਡ ਬੀਟਾ। ਹੁਣ ਦੇਖੋ ਇੱਥੇ ਇੱਕ ਬ੍ਰਾਂਚ ਲੱਗੀ ਹੋਈ ਹੈ। ਸੋ ਜਿਹੜੀ ਇਹ ਬ੍ਰਾਂਚ ਲੱਗੀ ਹੋਈ ਹੈ, ਇਸ ਬ੍ਰਾਂਚ ਕਰਕੇ ਹੈਗਾ ਤਾਂ ਇਹ ਵੀ ਨੰਬਰ ਆਫ ਕਾਰਬਨ ਕਿੰਨੇ? 1 2 3 ਹੈਗਾ ਤਾਂ ਬਿਟੇਨ ਹੀ ਹੈ, ਠੀਕ ਹੈ, ਬਟ ਆਪਾਂ ਨੇ ਕਿਆ ਲਿਖਣਾ ਇਹਨੂੰ? ਆਈਸੋਬਿਟੇਨ। ਕਿਉਂ? ਕਿਉਂਕਿ ਇਹਦੇ ਨਾਲ ਕਿਆ ਲੱਗੀ ਹੋਈ ਹੈ? ਇੱਕ ਬ੍ਰਾਂਚ। ਹੁਣ ਆਪਾਂ ਗੱਲ ਕਰਦੇ ਆਇਓਪੈਕ ਸਿਸਟਮ ਦੀ। ਕਹਿੰਦੇ ਇਸ ਸਿਸਟਮ ਦੇ ਅਕੋਰਡਿੰਗ ਆਪਣੇ ਕੋਲ ਜਿਹੜੇ
क्लास नेम ऑफ द कंपाउंड इज एल्कीन्स एंड इंडिविजुअल मैंबर नेम एज फॉलोइंग। कुछ रूल्स होंगे ने आयोपैक दे विच, जिवें फर्स्ट रूल हैगा द लॉन्गेस्ट चेन कंटेनिंग डबल बॉन्ड इज चूजन एज अ पेरेंट एल्केन एंड द कोरस्पोंडिंग वर्ड रूट इज नोटेड। सब तो पहला आपां ने लॉन्गेस्ट चेन सिलेक्ट करनी जिहदे विच डबल बॉन्ड है, ठीक है जी। दूसरा हैगा द सफिक्स इन इज एडिड टू द वर्ड रूट टू डिनोट द प्रेजेंस ऑफ कार्बन कार्बन डबल बॉन्ड। अगर सपोज करो मेरे को है 1 2 3 4 4 कार्बन सब तो लॉन्ग, अगर इत्थे एक सपोज कर लो इत्थे CH3 लग्या, मैं इत्थे CH3 लगाता, अगर मैं इस तरफ नूं देखदी तां क्या आना था 1 2 3 कार्बन आने, तो अगर मैं स्टेट चेन देखा तो मेरे को 4 कार्बन आ जाने। सो वो कहते कि सब तो पहले एक लॉन्गेस्ट चेन सिलेक्ट करनी है। सैकेंड रूल क्या कहा कि हुण लॉन्गेस्ट चेन वो सिलेक्ट करनी जिहदे विच डबल बॉन्ड आंदा होवे। हुण अगर मैं इत्थे CH3 लगा दा इस पोजीशन के उपर, अगर मैं इधर नूं मूव करा तो डबल बॉन्ड नहीं आता, तो आपां इस चेन सिलेक्ट नहीं कर सकते, तो आपां ने वो वाली लॉन्गेस्ट चेन सिलेक्ट करनी जिस डबल बॉन्ड आंदा होवे। सैकेंड रूल क्या है कि डबल बॉन्ड की प्रेजेंस दिखाने लई हुण नंबर ऑफ कार्बन कितने 1 2 3 4 ब्यूट आ गया, ब्यूट, ठीक है। तो कहते डबल बॉन्ड की प्रेजेंस तो दिखाने लिए अपन क्या लगाना पीछे ई लगाना, ताकि पता लग सके कार्बन कार्बन डबल बॉन्ड प्रेजेंट है। थर्ड द कार्बन चेन इज नंबर दैट द कार्बन एटम प्रोसीडिंग। ਜਦੋਂ ਤੁਸੀਂ ਨੰਬਰਿੰਗ ਕਰਨੀ ਆ ਉਹ ਇਸ ਤਰ੍ਹਾਂ ਨੰਬਰਿੰਗ ਕਰਨੀ ਹੈ ਕਿ ਜਿਸ ਕਾਰਬਨ ਦੇ ਨਾਲ ਡਬਲ ਬੌਂਡ ਆ ਰਿਹਾ ਹੈ ਉਹਨੂੰ ਲੋਐਸਟ ਤੋਂ ਲੋਐਸਟ ਨੰਬਰ ਮਿਲਣਾ ਚਾਹੀਦਾ। ਅਗਰ ਮੈਂ ਇੱਧਰ ਤੋਂ ਨੰਬਰਿੰਗ ਕਰਦੀ 1 2 3 4 ਇਹਨੂੰ ਸੈਕਿੰਡ ਨੰਬਰ ਮਿਲ ਰਿਹਾ, ਫਸਟ ਤੋਂ ਸੈਕਿੰਡ ਨੰਬਰ ਤੇ ਆ ਰਿਹਾ। ਅਗਰ ਮੈਂ ਇਸ ਤਰਫ ਤੋਂ ਨੰਬਰਿੰਗ ਕਰਾਂ 1 2 3 और 4 ਇਹਨੂੰ ਥਰਡ ਔਰ ਫੋਰਥ ਨੰਬਰ ਮਿਲ ਜਾਣਾ। ਦੈਟ ਮੀਨਸ ਇਹ ਬੜਾ ਹੋ ਗਿਆ। ਤਾਂ ਆਪਾਂ ਨੇ ਇਸ ਤਰ੍ਹਾਂ ਨੰਬਰਿੰਗ ਕਰਨੀ ਆ ਕਿ ਜਿਸ ਕਾਰਬਨ ਦੇ ਨਾਲ ਡਬਲ ਬੌਂਡ ਹੈ ਉਹਨੂੰ ਕਿਆ ਮਿਲੇ, ਛੋਟੇ ਤੋਂ ਛੋਟਾ ਨੰਬਰ ਮਿਲੇ। ਉਸ ਤੋਂ ਬਾਅਦ ਦੇਖੋ ਤਾਂ ਨੰਬਰ ਇੰਡੀਕੇਟ ਦ ਪੋਜੀਸ਼ਨ ਆਫ ਡਬਲ ਬੌਂਡ ਇਜ਼ ਪਲੇਸ ਜਸਟ ਬਿਫੋਰ ਦਾ ਨੇਮ। ਜਦੋਂ ਤੁਸੀਂ ਡਬਲ ਬੌਂਡ ਦੀ ਪੋਜੀਸ਼ਨ ਇੰਡੀਕੇਟ ਕਰਨੀ, ਜਿਵੇਂ ਤੁਸੀਂ ਬਿਟਵੀਨ ਵੀ ਲਿਖ ਸਕਦੇ ਹੋ, ਅਗਰ ਤੁਸੀਂ 1 ਲਿਖਣਾ ਤਾਂ ਜਦੋਂ ਈਨ ਲੈਣਾ ਉਹ ਤੋਂ ਐਗਜ਼ੈਕਟ ਪਹਿਲਾ ਨੰਬਰ ਇੰਡੀਕੇਟ ਕਰਨਾ ਕਿ ਕਿਸ ਕਾਰਬਨ ਦੇ ਨਾਲ ਡਬਲ ਬੌਂਡ ਲੱਗਾ। ਫਸਟ ਦੇ ਨਾਲ ਲਿਖਿਆ ਤਾਂ 1, ਅਗਰ ਸੈਕਿੰਡ ਦੇ ਨਾਲ ਲੱਗਿਆ ਹੁੰਦਾ ਤਾਂ 2, ਅਗਰ ਥਰਡ ਦੇ ਨਾਲ ਲੱਗਿਆ ਹੁੰਦਾ ਤਾਂ 3, ਬਿਊਟ 3 ਈਨ, ਠੀਕ ਹੈ ਜੀ। ਉਸ ਤੋਂ ਬਾਅਦ ਦ ਨੇਮ ਐਂਡ ਦ ਪੋਜੀਸ਼ਨ ਆਫ ਸਾਈਡ ਚੇਨ if any are to indicate before the name of the present alkene। अगर कोई कोई भी ब्रांच लगी हुई है तो ਜਿਹੜਾ ਉਹਦਾ ਨਾਮ ਹੈ ਉਹਨੂੰ ਕਦੋਂ ਲਿਖਣਾ ਹੈ, ਜਦੋਂ ਤੁਸੀਂ ਉਹਦੇ ਜਿਹੜੀ ਤੁਹਾਡੀ ਪੇਰੈਂਟ ਚੇਨ ਹੋਏਗੀ ਉਹਦੇ ਨਾਮ ਤੋਂ ਪਹਿਲਾਂ। ਲਾਈਕ ਇੱਥੇ ਦੇਖੋ ਨੰਬਰ ਆਫ ਕਾਰਬਨ 1, ਹੁਣ ਦੇਖੋ ਲੌਂਗੇਸਟ ਚੇਨ ਕਿਹੜੀ ਸਿਲੈਕਟ ਕੀਤੀ 1 2 3 4 ਐਂਡ 5, ਠੀਕ ਹੈ ਜੀ। ਹੁਣ ਸਿਲੈਕਟ ਤੁਸੀਂ ਇੱਧਰ ਨੂੰ ਵੀ ਸੇਮ ਹੀ ਪੜ੍ਹਨੀ ਹੈ। ਅਗਰ ਤੁਸੀਂ 1 2 3 4 5 ਕਰੋਗੇ ਤਾਂ ਵੀ ਇੱਥੇ ਨੂੰ ਤਾਂ ਵੀ ਇਹਦੇ ਨਾਲ CH3 ਸਬਸਟੀਟਿਊਸ਼ਨ ਲੱਗਣੀ ਹੈ, ਉਹ 4th ਪੋਜੀਸ਼ਨ 'ਤੇ ਲੱਗਣੀ ਹੈ। ਅਗਰ ਤੁਸੀਂ ਸਟ੍ਰੇਟ ਚੇਨ ਲਓਗੇ ਤਾਂ ਵੀ 4th ਪੋਜੀਸ਼ਨ 'ਤੇ ਹੀ CH3 ਲੱਗਣੀ। ਤਾਂ ਕੋਈ ਵੀ ਚੇਨ ਸਿਲੈਕਟ ਕਰ ਸਕਦੇ ਹੋ। ਹੁਣ ਕਿਹੜਾ ਲੱਗਿਆ ਗਰੁੱਪ ਮਿਥਾਈਲ, ਕਿੰਨੀ ਪੋਜੀਸ਼ਨ 'ਤੇ ਲੱਭਿਆ ਨੰਬਰ 4 ਦੇ ਉੱਪਰ। ਤਾਂ ਆਪਾਂ ਨੇ ਕਿਆ ਲਿਖ ਲਿਆ ਪਹਿਲਾਂ 4 ਮਿਥਾਈਲ 1 ਪੈਂਟੀਨ, ਠੀਕ ਹੈ। ਇਸ ਤਰ੍ਹਾਂ 2 ਇਥਾਈਲ 1 ਪੈਂਟੀਨ। ਦੈਨ ਉਸ ਤੋਂ ਬਾਅਦ ਆਉਂਦਾ ਆਈਸੋਮੈਰਿਜ਼ਮ ਇਨ ਐਲਕੇਨਸ। ਸੋ ਜਨਰਲੀ ਕਹਿੰਦੇ ਜਨਰਲੀ ਜਿਹੜਾ ਐਲਕੇਨਸ ਦੇ ਵਿੱਚ ਆਈਸੋਮੈਰਿਜ਼ਮ ਹੁੰਦਾ ਉਹ ਕਹਿੰਦਾ ਸਟਰਕਚਰ ਹੁੰਦਾ ਤੇ ਸਟੀਰੀਓ ਆਈਸੋਮੈਰਿਜ਼ਮ ਹੁੰਦਾ। ਤਾਂ ਸਭ ਤੋਂ ਪਹਿਲਾਂ ਆਪਾਂ ਸਟਰਕਚਰਲ ਦੇਖ ਲੈਂਦੇ ਹਾਂ। ਉਹ ਕਹਿੰਦੇ ਸਟਰਕਚਰਲ ਆਈਸੋਮੈਰਿਜ਼ਮ ਦੇ ਵਿੱਚ ਕੀ ਹੁੰਦਾ ਹੈ, ਕਹਿੰਦੇ ਫਸਟ 2 ਮੈਂਬਰ ਆਫ ਐਲਕੀਨ ਇਥਾਈਲ ਪ੍ਰੋਪੇਨ ਡੂ ਨਾਟ, ਪਹਿਲੇ 2 ਮੈਂਬਰ ਤਾਂ ਸ਼ੋ ਹੀ ਨਹੀਂ ਕਰਦੇ ਕਿਉਂਕਿ ਉਹਨਾਂ 'ਚ 2 ਜਾਂ 3 ਕਾਰਬਨਸ ਹੁੰਦੇ ਆ, ਠੀਕ ਹੈ। ਡਜ਼ਨਟ ਸ਼ੋ ਸਟਰਕਚਰਲ ਆਈਸੋਮਰ, ਬਟ ਦਾ ਜਿਹੜੇ 4 ਤੋਂ ਔਨਵਰਡ ਬਿਊਟੇਨ ਤੋਂ ਔਨਵਰਡਸ ਹੁੰਦੇ ਨੇ, ਬਿਊਟੇਨ ਹੋ ਗਿਆ, ਪੈਂਟੀਨ ਹੋ ਗਿਆ, ਹੈਕਸੀਨ ਹੋ ਗਿਆ, ਹੈਪਟੇਨ ਹੋ ਗਿਆ, ਉਹ ਸਾਰੇ ਕਿਆ ਕਰਦੇ ਨੇ ਪੋਜੀਸ਼ਨਲ ਐਜ਼ ਵੈਲ ਐਜ਼ ਸਟਰਕਚਰਲ ਆਈਸੋਮੈਰਿਜ਼ਮ ਸ਼ੋ ਕਰਦੇ ਨੇ, ਠੀਕ ਹੈ। ਜਿਵੇਂ ਫੋਰ ਐਗਜ਼ਾਮਪਲ ਫਸਟ ਦੇਖੋ ਸਟਰਕਚਰਲ ਆਈਸੋਮੈਰਿਜ਼ਮ ਮਤਲਬ ਯਾਨੀ ਕਿ ਮੋਲੀਕੂਲਰ ਫਾਰਮੂਲਾ ਸੇਮ ਰਹਿਣਾ, ਸਿਰਫ ਕਿਆ ਚੇਂਜ ਹੋਣਾ ਸਟਰਕਚਰਲ ਫਾਰਮੂਲਾ। ਪਹਿਲਾ ਹੈਗਾ 1 ਬਿਊਟੇਨ, ਉਸ ਤੋਂ ਬਾਅਦ ਸੈਕਿੰਡ ਡਬਲ ਬੌਂਡ ਕਿੱਥੇ ਸ਼ਿਫਟ ਹੋ ਗਿਆ, ਸੈਕਿੰਡ ਤੋਂ 2 ਬਿਊਟੇਨ ਆ ਗਿਆ, ਠੀਕ ਹੈ। ਉਸ ਤੋਂ ਬਾਅਦ ਥਰਡ ਜਗ੍ਹਾ ਹੁਣ ਦੇਖੋ ਫਾਰਮੂਲਾ ਤਾਂ ਸਭ ਦਾ ਸੇਮ ਰਿਹਾ, C4H ਕਿੰਨੇ ਆ 8, C4H8 ਹੀ ਰਿਹਾ, ਇਹਦੇ ਵਿੱਚ ਵੀ C4H8, ਇਹਦੇ ਵਿੱਚ ਵੀ C4H8, ਸਿਰਫ ਕਿਆ ਪੋਜੀਸ਼ਨ ਇੱਕ ਪੋਜੀਸ਼ਨ ਡਬਲ ਬੌਂਡ ਦੀ ਪੋਜੀਸ਼ਨ ਚੇਂਜ ਹੋਈ ਤਾਂ ਪੋਜੀਸ਼ਨਲ ਆਈਸੋਮੈਰਿਜ਼ਮ ਹੋ ਗਿਆ। ਦੂਸਰਾ ਥਰਡ ਦੇ ਵਿੱਚ ਦੇਖੋ ਕਿ ਇਹਨਾਂ ਦੀ ਸਟਰਕਚਰ ਵੀ ਚੇਂਜ ਹੋਗੀ, ਨੰਬਰ ਆਫ ਕਾਰਬਨ 4 ਹੀ ਰਹੇ, ਨੰਬਰ ਆਫ ਹਾਈਡਰੋਜਨ 8 ਹੀ ਰਹੇ, ਬਟ ਕਿਆ ਚੇਂਜ ਹੋ ਗਿਆ ਇਹਨਾਂ ਦੀ ਸਟਰਕਚਰ, ਯਾਨੀ ਕਿ ਮੋਲੀਕੂਲਰ ਫਾਰਮੂਲਾ ਸੇਮ ਰਹੇਗਾ ਪਰ ਸਟਰਕਚਰ ਫਾਰਮੂਲਾ ਕਿਆ ਹੋ ਜਾਏਗਾ डिफरेंट हो जाएगा। इट इज क्लियर दैट 1 and 2 आर पोजीशन, पहले 2 क्या है पोजीशन आइसोमेरिज्म क्योंकि इनकी डबल बॉन्ड की पोजीशन चेंज हुई है। एंड फर्स्ट और थर्ड क्या है क्या शो करते हैं, फर्स्ट थर्ड या सैकेंड थर्ड क्या शो करते हैं पोजीशनल एज वेल एज चेन आइसोमेरिज्म भी शो करते हैं, या फिर तुसी कह सकते हो स्ट्रक्चरल आइसोमेरिज्म शो करते हैं, ठीक है जी। उस तो बाद ਆਪਾਂ ਗੱਲ ਕਰਦੇ ਹਾਂ ਜੋਮੈਟ੍ਰੀਕਲ ਆਈਸੋਮੈਰਿਜ਼ਮ ਦੀ। ਹੁਣ ਦੇਖੋ ਜੋਮੈਟ੍ਰੀਕਲ ਆਈਸੋਮੈਰਿਜ਼ਮ ਕਿਹਦੇ ਵਿੱਚ ਹੁੰਦਾ, ਇਹ ਹੁੰਦਾ ਹੈ ਐਲਕੀਨਸ ਦੇ ਵਿੱਚ ਜਿਹਦੇ ਵਿੱਚ ਡਬਲ ਬੌਂਡ ਹੁੰਦਾ, ਸਿੰਗਲ ਬੌਂਡ ਵਾਲੇ ਚ ਜੋਮੈਟ੍ਰੀਕਲ ਆਈਸੋਮੈਰਿਜ਼ਮ ਨਹੀਂ ਆਉਂਦਾ। ਤਾਂ ਉਹ ਕਹਿੰਦੇ ਆ ਕਹਿੰਦੇ
ਕਾਰਬਨ ਕਾਰਬਨ ਡਬਲ ਬੌਂਡ ਇਨ ਇਥਾਈਲਿਨ ਐਂਡ ਅਦਰ ਕੰਪਾਊਂਡ ਕੰਸਿਸਟ ਆਫ ਅ ਸਿਗਮਾ ਬੌਂਡ ਐਂਡ ਅ ਪਾਈ ਬੌਂਡ। ਆਪਾਂ ਨੂੰ ਪਤਾ ਜਿਹੜਾ ਆਹ ਡਬਲ ਬੌਂਡ ਹੈ, ਡਬਲ ਬੌਂਡ ਦੇ ਵਿੱਚ ਇੱਕ ਸਿਗਮਾ ਬੌਂਡ ਹੈ, ਇੱਕ ਪਾਈ ਬੌਂਡ ਹੈ। The pi bond involve the overlapping of unhybridized p orbital of 2 carbon atom। ठीक है, ਇਹਦੇ ਵਿੱਚ क्या है unhybridized, एक मिनट तो क्या कहते हैं, कहने एक सिग्मा बॉन्ड होएगा, एक पाई बॉन्ड होएगा। ठीक है, जो पाई बॉन्ड है वो कदों बनता है, जो अनहाइब्रिडाइज पी ऑर्बिटल, एक अनहाइब्रिडाइज पी ऑर्बिटल दूसरे अनहाइब्रिडाइज पी ऑर्बिटल ਦੇ ਨਾਲ क्या मिलता है, क्या करता है, ओवरलैप करता है। हैड टू हैड ओवरलैप होंदी है, साइड टू साइड ओवरलैपिंग होंदी है। सिग्मा बॉन्ड कदों बनता जो हैड टू हैड ओवरलैपिंग होंदी है। बिकॉज ऑफ दिस टाइप ऑफ ओवरलैपिंग रोटेशन अराउंड द कार्बन कार्बन बॉन्ड इज स्ट्रॉन्गली हिंडर्ड एंड कैन टेक प्लेस ओनली इफ पाई बॉन्ड इज ब्रेक। हुण देखो एक थोड़े कोल एक छोटी जी पतली जी ਉਹ ਹੈ ਲੱਕੜੀ ਹੈ, ਤੁਸੀਂ ਉਹਨੂੰ ਉਹ ਸਟਿਫ ਜੀ ਲੱਕੜੀ ਹੈ, ਠੀਕ ਹੈ, ਤੁਸੀਂ ਉਹਨੂੰ ਈਜ਼ੀਲੀ ਕਿਧਰੇ ਪਾਸੇ ਨੂੰ ਮਰੋੜ ਸਕਦੇ ਆ। ਬਟ ਅਗਰ 2 ਦੇਤੀ ਤਾਂ ਉਹਨਾਂ ਨੂੰ ਮੋੜਨਾ ਥੋੜਾ ਜਿਹਾ ਕਿਆ ਹੋ ਜਾਂਦਾ, ਡਿਫਿਕਲਟ। ਅਗਰ 3 ਲੈ ਲਏ ਤਾਂ ਹੋਰ ਜ਼ਿਆਦਾ ਡਿਫਿਕਲਟ ਹੋ ਜਾਂਦਾ। ਸੋ ਕਹਿੰਦੇ ਜਿਹੜੀ ਰੋਟੇਸ਼ਨ ਹੈ ਡਬਲ ਬੌਂਡ ਦੇ ਅਰਾਊਂਡ, ਅਗਰ ਸਿੰਗਲ ਬੌਂਡ ਹੈ, ਸਿੰਗਲ ਬੌਂਡ ਨੂੰ ਕਿਧਰੇ ਪਾਸੇ ਨੂੰ ਰੋਟੇਟ ਕਰ ਲਓ, ਰੋਟੇਟ ਹੋ ਜਾਏਗਾ। ਬਟ ਡਬਲ ਬੌਂਡ ਨੂੰ ਰੋਟੇਟ ਕਰਨਾ ਕਿਆ ਹੁੰਦਾ, ਥੋੜਾ ਜਿਹਾ ਡਿਫਿਕਲਟ ਹੁੰਦਾ। ਇਸ ਕਰਕੇ ਉਹ ਕਹਿੰਦੇ ਆ ਕਿ ਜਿਹੜਾ ਕਾਰਬਨ ਕਾਰਬਨ ਡਬਲ ਬੌਂਡ ਦੇ ਅਰਾਊਂਡ ਰੋਟੇਸ਼ਨ ਉਹ ਕਿਆ ਹੁੰਦੀ ਹੈ, ਥੋੜੀ ਜੀ ਸਟਰੋਂਗਲੀ, ਉਹ ਕਿਆ ਹੁੰਦੀ, ਸਟਰੋਂਗਲੀ ਹਿੰਡਰਡ ਹੁੰਦੀ ਆ। ਉਦੋਂ ਹੀ ਰੋਟੇਟ ਹੋਏਗਾ ਜਦੋਂ ਕਿਆ ਹੋਏਗਾ, ਪਾਈ ਬੌਂਡ ब्रेक हो जाएगा, यानी कि क्या रह जाएगा, कला सिग्मा बॉन्ड। बट दिस वुड रिक्वायर्ड, बट द पाई बॉन्ड ਨੂੰ ਤੋੜਨ ਲਈ ਆਪਾਂ ਨੂੰ 284 ਕਿਲੋਜੂਲ ਪਰ એનર્ਜੀ ਪਰ ਮੋਲ ਚਾਹੀਦੀ, ਜਿਹੜੀ ਕਿ ਆਪਣੇ ਕੋਲ ਅਵੇਲੇਬਲ ਨਹੀਂ ਹੁੰਦੀ ਰੂਮ ਟੈਂਪਰੇਚਰ ਦੇ ਉੱਪਰ। ਤਾਂ ਦੈਟ ਮੀਨਸ ਇਹ ਵੀ ਕਿਆ ਹੈ, ਪੋਸੀਬਿਲਿਟੀ ਕਿਆ ਹੈ, ਥੋੜੀ ਜਿਹੀ ਡਿਫਿਕਲਟ ਹੈ। ਡਿਊ ਟੂ ਹਿੰਡਰਡ ਰੋਟੇਸ਼ਨ ਅਰਾਊਂਡ ਦ ਕਾਰਬਨ ਕਾਰਬਨ ਡਬਲ ਬੌਂਡ ਦ ਰਿਲੇਟਿਵ ਪੋਜੀਸ਼ਨ ਆਫ ਗਰੁੱਪ ਅਟੈਚ ਟੂ ਦ ਡਬਲ ਬੌਂਡਡ ਕਾਰਬਨ ਗੈਟ ਫਿਕਸ। ਠੀਕ ਹੈ, ਹੁਣ ਕਿਉਂਕਿ ਹਿੰਡਰੈਂਸ ਹੈ, ਦੈਟ ਹਿੰਡਰੈਂਸ ਦਾ ਮਤਲਬ ਕਿਆ ਹੈ ਕਿ रोटेशन हो नहीं सकती, और रोटेट नहीं कर सकता, क्लॉकवाइज नहीं कर सकता, एंटी क्लॉकवाइज नहीं जा, अगर क्लॉकवाइज जा रहा है तो क्लॉकवाइज जाऊंगा, एंटी क्लॉकवाइज नहीं जा सकता। ਸੋ ਕਹਿੰਦੇ ਜਦੋਂ ਕਾਰਬਨ ਕਾਰਬਨ ਬੌਂਡ ਦੇ ਵਿੱਚ ਡਬਲ ਬੌਂਡ ਦੇ ਵਿੱਚ ਜਿਹੜੀ ਰੋਟੇਸ਼ਨ ਉਹ ਹਿੰਡਰਡ ਹੈ, ਤਾਂ ਉਹਦੇ ਕਰਕੇ ਕਿਆ ਹੁੰਦਾ ਹੈ ਕਿ ਜਿਹੜੇ ਡਬਲ ਬੌਂਡ ਦੇ ਨਾਲ ਗਰੁੱਪ ਅਟੈਚ ਹੋਏ ਹੁੰਦੇ ਨੇ, ਉਹਨਾਂ ਦੀ ਪੋਜੀਸ਼ਨ ਕਿਆ ਹੋ ਜਾਂਦੀ ਆ, ਫਿਕਸ ਹੋ ਜਾਂਦੀ ਆ। ਆ ਜਿਹੜੀਆਂ ਪੋਜੀਸ਼ਨਸ ਨੇ ਕਿਆ ਹੋ ਜਾਣਗੀਆਂ, ਫਿਕਸ ਹੋ ਜਾਣਗੀਆਂ। ਠੀਕ ਹੈ, ਐਜ਼ ਅ ਰਿਜ਼ਲਟ ਸਰਵਰ ਹਾਇਰ ਐਲਕੇਨਸ ਐਂਡ ਅਦਰ ਸਬਸਟੀਟਿਊਟ ਪ੍ਰੋਡਕਟ ਕੈਨ ਐਗਜ਼ਿਬਿਟ ਜਿਓਮੈਟ੍ਰਿਕਲ ਆਈਸੋਮੈਰਿਜ਼ਮ। ਇਸ ਕਰਕੇ ਬਹੁਤ ਸਾਰੇ ਜਿਹੜੇ ਡਬਲ ਬੌਂਡ ਵਾਲੇ ਐਲਕੀਨਸ ਨੇ, ਠੀਕ ਹੈ, ਉਹ ਸਾਰੇ ਕਿਆ ਕਰਦੇ ਨੇ, ਸਰਵਰ ਹਾਇਰ ਐਲਕੇਨਸ ਉਹ ਕੀ ਕਰਦੇ ਨੇ, ਜਿਓਮੈਟ੍ਰਿਕਲ ਆਈਸੋਮੈਰਿਜ਼ਮ ਸ਼ੋ ਕਰਦਾ। ਦੈਟ ਵੀ 2 ਤਰ੍ਹਾਂ ਦਾ ਆਈਸੋਮੈਰਿਜ਼ਮ ਹੋਏਗਾ, ਵਿੱਚ ਕਿਹੜਾ ਹੁੰਦਾ, ਸਿਸ ਔਰ ट्रांस। अगर तो सेम अगर दोनों ग्रुप सेम साइड ते लगे ने तां क्या होगा, सिस। अगर दोनों ਜਿਹੜੇ सिमिलर ग्रुप और डिफरेंट साइड ਤੇ ਲੱਗੇ ਨੇ ਤਾਂ क्या ਹੁੰਦਾ, ਉਹ ट्रांस ਹੁੰਦਾ। ਇਹਨੂੰ ਆਪਾਂ ਸਟੀਰੀਓ ਕੈਮਿਸਟਰੀ ਵਾਲੇ ਚੈਪਟਰ 'ਚ ਸੈਕੰਡ ਸਮੈਸਟਰ 'ਚ ਬਹੁਤ ਡੀਪਲੀ ਪੜਾਂਗੇ। ਹੁਣ ਸਿਰਫ ਤੁਸੀਂ ਇੰਨਾ ਯਾਦ ਰੱਖਣਾ ਹੈ ਕਿ ਕਾਰਬਨ ਕਾਰਬਨ ਡਬਲ ਬੌਂਡ ਇੱਕ ਸਟਰਕਚਰਲ ਆਈਸੋਮੈਰਿਜ਼ਮ ਸ਼ੋ ਕਰਦਾ ਹੈ, ਐਜ਼ ਵੈਲ ਐਜ਼ ਜਿਓਮੈਟ੍ਰਿਕਲ ਆਈਸੋਮੈਰਿਜ਼ਮ ਸ਼ੋ ਕਰਦਾ ਹੈ। ਨੈਕਸਟ ਉਸ ਤੋਂ ਬਾਅਦ ਗੱਲ ਕਰਦੇ ਰਿਲੇਟਿਵ ਸਟੇਬਿਲਿਟੀ ਆਫ ਐਲਕੇਨਸ ਦੀ। ਸੋ ਕਹਿੰਦੇ ਆ ਉਹ ਕਹਿੰਦੇ even though all alkane contain carbon carbon double bond in their molecule, different alkane had applicably different stability। ਬੇਸ਼ੱਕ ਹਰ ਇੱਕ alkane ਦੇ ਵਿੱਚ ਡਬਲ ਬੌਂਡ ਹੈ, ਕਾਰਬਨ ਕਾਰਬਨ ਡਬਲ ਬੌਂਡ ਹੈ, ਪਰ ਹਰ ਇੱਕ ਅਲਕੇਨ ਜਿਹੜਾ ਵੀ ਡਿਫਰੈਂਟ ਅਲਕੇਨ ਹੋਏਗਾ, ਜਿਵੇਂ ਇਥਾਈਲੀਨ ਹੋ ਗਿਆ, ਬਿਊਟੀਨ ਹੋ ਗਿਆ, ਬਿਟਾਈਲੀਨ ਹੋ ਗਿਆ, ਪ੍ਰੋਪਾਈਲੀਨ ਹੋ ਗਿਆ ਐਂਡ ਸੋ ਔਨ। ਠੀਕ ਹੈ, ਇਸ ਜਿੰਨੇ ਵੀ ਸਾਰੇ ਨੇ, ਇਹਨਾਂ ਸਾਰਿਆਂ ਦੀ ਸਟੇਬਿਲਿਟੀ ਕਿਆ ਹੁੰਦੀ, ਡਿਫਰੈਂਟ ਹੁੰਦੀ ਹੈ। ਦ ਰਿਲੇਟਿਵ ਸਟੇਬਿਲਿਟੀ ਆਫ ਜਨਰਲੀ ਡਿਟਰਮਾਈਨ ਔਨ ਦ ਬੇਸਿਸ ਆਫ ਹੀਟ ਆਫ ਹਾਈਡਰੋਜਨੇਸ਼ਨ। ਤਾਂ ਜਿਹੜੀ ਇਹਨਾਂ ਦੀ ਸਟੇਬਿਲਿਟੀ ਉਹ ਕਿਹਦੇ ਥਰੂ ਡਿਟਰਮਾਈਨ ਕੀਤੀ ਜਾ ਸਕਦੀ ਹੈ, ਹੀਟ ਆਫ ਹਾਈਡਰੋਜਨੇਸ਼ਨ ਦੀ। ਹੀਟ ਆਫ ਹਾਈਡਰੋਜਨੇਸ਼ਨ ਕਿਆ ਹੁੰਦਾ, ਹੀਟ ਆਫ ਹਾਈਡਰੋਜਨੇਸ਼ਨ ਆਫ ਅਨਸੈਚੁਰੇਟਡ ਕੰਪਾਊਂਡ ਇਜ਼ ਦ ਕੁਆਂਟਿਟੀ ਆਫ heat evolve when 1 mole of compound is completely hydrogenated। heat of hydrogenation ਅਨਸੈਚੁਰੇਟਡ ਕੰਪਾਊਂਡਾਂ ਨੂੰ ਤੁਸੀਂ ਕਿਵੇਂ ਡਿਫਾਈਨ ਕਰ ਸਕਦੇ ਹੋ ਕਿ ਜਦੋਂ ਦੇਖੋ ਤੁਸੀਂ ਕੋਈ ਵੀ ਅਨਸੈਚੁਰੇਟਡ ਕੰਪਾਊਂਡ ਲੈਣਾ, ਦੈਟ ਇਜ਼ C2H4 ਲੈ ਲਿਆ, ਇਹਨੂੰ ਹਾਈਡਰੋਜਨ ਨਾਲ ਰਿਐਕਟ ਕਰ ਦਿਓ। ਜਦੋਂ ਇਹ C2H6 ਬਣ ਜਾਏਗਾ, ਉਸ ਟਾਈਮ ਜਿੰਨੀ એનર્ਜੀ ਇਵੋਲਵ ਹੋਏਗੀ ਉਹਨੂੰ ਕਿਆ ਕਹਾਂਗੇ ਆਪਾਂ, ਹੀਟ ਆਫ ਹਾਈਡਰੋਜਨੇਸ਼ਨ। ਸੋ ਜਿੰਨੀ ਜ਼ਿਆਦਾ ਜੀ ਕਿਸੇ ਦੀ ਹੀਟ ਆਫ ਹਾਈਡਰੋਜਨੇਸ਼ਨ ਹੋਏਗੀ, ਉਨੀ ਜ਼ਿਆਦਾ ਕਿਆ ਹੋਏਗੀ, ਇਹਨਾਂ ਦੀ ਸਟੇਬਿਲਿਟੀ ਹੋਏਗੀ। ਇਟ ਹੈਜ਼ ਅ ਵੈਲਿਊ ਨੀਅਰਲੀ, ਕਿੰਨੀ ਵੈਲਿਊ ਹੁੰਦੀ ਹੈ, 125 ਕਿਲੋਜੂਲ ਪਰ ਮੋਲ ਫॉर द ਆਲਮੋਸਟ
for the almost for every alkane through the actual value vary slightly from one member to another as shown in the table। ਵੈਸੇ ਤਾਂ ਇਹਨਾਂ ਦੀ ਐਕਚੁਅਲ ਵੈਲਿਊ 125 ਕਿਲੋਜੂਲ ਪਰ ਮੋਲ ਹੁੰਦੀ, ਪਰ ਇਹਨਾਂ ਦੇ ਜਿਵੇਂ ਜਿਵੇਂ ਤੁਹਾਡੇ ਨੰਬਰ ਆਫ ਕੰਪਾਊਂਡਸ ਵੱਧਦੇ ਜਾਂਦੇ ਨੇ ਉਵੇਂ ਉਵੇਂ ਇਹਨਾਂ ਦੀ ਵੈਲਿਊਜ਼ ਕਿਆ ਆ ਜਾਂਦਾ, ਵੇਰੀਏਸ਼ਨ ਆ। ਜਿਵੇਂ ਇਥੇਨ ਦੀ 137 ਤੱਕ ਚਲੇ ਜਾਂਦੀ ਆ, ਪ੍ਰੋਪੀਨ ਦੀ 125 ਤੱਕ ਆਉਂਦੀ ਹੈ, ਬਿਟੇਨ ਦੀ 126, ਫਿਰ ਸਿਸ ਬਿਟੇਨ ਦੀ 119, ਟਰਾਂਸ ਬਿਟੇਨ ਦੀ 115 ਐਂਡ ਸੋ ਔਨ। These value give the quantitative information about the relative stability of alkane। ਜਿਹੜੀ ਕਹਿੰਦੇ ਜਿਹੜੀ ਇਹ ਟੇਬਲ ਹੈ ਇਹ ਆਪਾਂ ਨੂੰ ਕੁਆਂਟੀਟੇਟਿਵ ਇਨਫੋਰਮੇਸ਼ਨ ਦਿੰਦਾ ਹੈ। ਕੁਆਂਟੀਟੀ ਮਤਲਬ ਕੁਆਂਟੀਟੀ ਦੱਸਦਾ ਕਿੰਨੀ ਹੀਟ ਇਵੋਲਵ ਹੋਈ ਹੈ, ਕੁਆਲਿਟੇਟਿਵ ਨਹੀਂ ਕੁਆਂਟੀਟੇਟਿਵ ਦੱਸਦਾ ਹੈ। ਫॉर ਇੰਸਟੈਂਟ ਦ ਹੀਟ ਆਫ ਹਾਈਡਰੋਜਨੇਸ਼ਨ ਆਫ ਟਰਾਂਸ 2 ਬਿਟੇਨ ਇਜ਼ 115.4 kilojoule while the cis 2 butene is 119.6 kilojoule। Each of these reaction used up 1 mole of hydrogen and give the same product, that is N-butane। Still, if the trans 2 butene evolve 4 kilojoule of the energy less than the cis isomer, this means that it contain about 4 kilojoule of energy less। तो क्या कहते देखो cis और trans का देखो ਜਿਹੜਾ ਟਰਾਂਸਬਿਊਟੀਨ ਆ ਉਹ ਕਿੰਨੀ ਕਰਦਾ 115.4 ਕਿਲੋ ਜਾਊਲ, ਪਰ ਜਿਹੜਾ ਸਿਸਬਿਊਟੀਨ ਆ ਉਹ ਕਿੰਨੀ એનર્ਜੀ ਜਨਰੇਟ ਕਰਦਾ 1.9.6। ਪਰ ਦੋਨਾਂ ਨੇ ਜਦੋਂ ਹਾਈਡਰੋਜਨ ਨਾਲ ਰਿਐਕਟ ਕਰਨਾ ਦੇਣ ਬਣਾਉਣਾ ਤਾਂ ਉਹਨਾਂ ਨੇ ਐਨ-ਬੁਟੀਨ ਦਾ ਮਤਲਬ ਸਟ੍ਰੇਟ ਚੇਨ ਕਾਰਬਨ ਹੀ ਬਣਾਉਣਾ, ਦੋਨਾਂ ਨੇ ਬਣਾਉਣਾ ਤਾਂ ਸੇਮ ਆ, ਫਿਰ ਵੀ ਇਹਨਾਂ ਦੇ ਵਿੱਚ એનર્ਜੀ ਦਾ ਡਿਫਰੈਂਸ ਹੈਗਾ। ਤਾਂ ਉਹ ਕਹਿੰਦੇ ਕਿ ਦੈਟ ਮੀਨ ਜਿਹੜਾ ਸਿਸ ਆਈਸੋਮਰ ਆ ਜਿਹੜਾ ਟਰਾਂਸ ਆਈਸੋਮਰ ਆ ਉਹਨੂੰ ਐਨ-ਬੁਟੀਨ ਬਣਾਉਣ ਦੇ ਲਈ 4 ਕਿਲੋ ਜਾਊਲ એનર્ਜੀ ਘੱਟ ਲੱਗੇਗੀ ਐਜ਼ ਕੰਪੇਅਰ ਟੂ ਸਿਸ ਆਈਸੋਮਰਿਜ਼ਮ। ਦਿਸ ਮੀਨਸ ਦੈਟ therefore it must be more stable than 2 isomers। Similarly, any alkene has a lesser heat of hydrogenation of another isomer must be more stable। ਤੇ ਜਿਨ੍ਹਾਂ ਦੀ ਜਿੰਨੀ heat of hydrogenation ਘੱਟ ਹੋਏਗੀ ਉਨਾ ਹੀ ਜ਼ਿਆਦਾ ਕਿਆ ਹੋਣਗੇ, ਉਹ ਸਟੇਬਲ ਹੋਣਗੇ। ਦੈਟ ਮੀਨਸ ਸਿਸ ਔਰ ਟਰਾਂਸ ਜ਼ਿਆਦਾ ਸਟੇਬਲ ਕਿਹੜਾ ਹੋਏਗਾ, ਟਰਾਂਸ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜਨਰਲ ਮੈਥਡ ਆਫ ਪ੍ਰੈਪਰੇਸ਼ਨਸ ਦੀ। ਤਾਂ ਉਹ ਕਹਿੰਦੇ ਐਲਕੀਨਸ ਆ ਜਿਹੜੇ ਲੋਅਰ ਮੈਂਬਰਸ ਆ ਉਹ ਕਮਰਸ਼ਲੀ ਆਪਾਂ cracking of higher friction petroleum used by the ਆਪਾਂ fractional distillation ਨਾਲ ਕਰ ਸਕਦੇ, ਜਦੋਂ ਆਪਾਂ ਪੈਟਰੋਲੀਅਮ ਬਣਾਉਂਦੇ ਉੱਥੋਂ ਆਪਾਂ ਲੋਅਰ ਮੈਂਬਰ ਮਿਲ ਜਾਂਦੇ ਨੇ। ਇਨ ਐਡੀਸ਼ਨ ਡਿਫਰੈਂਟ ਲੈਬੋਰਟਰੀ ਮੈਥਡ ਆਰ ਆਲਸੋ ਅਵੇਲੇਬਲ ਫॉर ਦ ਪ੍ਰੈਪਰੇਸ਼ਨ ਆਫ ਪਿਓਰ ਫਾਰਮ, ਲੈਬੋਰਟਰੀਕਲ ਮੈਥਡ ਵੀ ਆ। ਹੁਣ ਆਪਾਂ ਡਿਸਕਸ ਕਰਦੇ ਕਿ ਕਿਹੜੇ ਐਪਰੋਪ੍ਰੀਏਟ ਮੈਥਡ ਆ ਜਿਨ੍ਹਾਂ ਦੇ ਨਾਲ ਆਪਾਂ ਬਣਾ ਸਕਦੇ ਹਾਂ। ਫਸਟ ਹੈਗਾ ਡੀਹਾਈਡਰੋ ਹੈਲੋਜੀਨੇਸ਼ਨ ਆਫ ਐਲਕਾਈਲ ਹੈਲਾਈਡ। ਡੀਹਾਈਡਰੋ ਹੈਲੋਜੀਨੇਸ਼ਨ ਦਾ ਮਤਲਬ ਕਿਆ ਹੁੰਦਾ, ਹਾਈਡਰੋ ਮਤਲਬ ਹਾਈਡਰੋਜਨ ਔਰ ਹੈਲੋਜੀਨੇਸ਼ਨ ਦਾ ਮਤਲਬ ਕਿਆ ਹੁੰਦਾ, ਹੈਲੋਜਨ। ਯਾਨੀ ਕਿ ਆਪਾਂ ਨੇ ਕਿਆ ਕਰਨਾ, ਅਲਕਾਈਲ ਹੈਲਾਈਡ ਲੈਣਾ, ਠੀਕ ਹੈ, ਉਹਦੀ ਡੀਹਾਈਡਰੋ ਹੈਲੋਜੀਨੇਸ਼ਨ ਕਰਨੀ, ਉਹਦੇ ਵਿੱਚੋਂ ਹਾਈਡਰੋਜਨ ਵੀ ਰਿਮੂਵ ਕਰਨਾ ਔਰ ਉਹਦੇ ਵਿੱਚੋਂ ਕਿਆ ਰਿਮੂਵ ਕਰਨਾ, ਹੈਲੋਜਨ ਵੀ ਰਿਮੂਵ ਕਰਨਾ। ਸੋ ਆਪਾਂ ਨੇ ਅਲਕਾਈਲ ਹੈਲਾਈਡ ਲੱਤਾ, ਉਹਨੂੰ ਆਪਾਂ ਰਿਐਕਟ ਕਰਾਂਗੇ ਕਿਹਦੇ ਨਾਲ, ਪੋਟਾਸ਼ੀਅਮ ਹਾਈਡਰੋਕਸਾਈਡ ਦੇ ਨਾਲ, ਅਲਕੋਹਲਿਕ ਸੋਲੂਸ਼ਨ ਆਫ ਪੋਟਾਸ਼ੀਅਮ ਹਾਈਡਰੋਕਸਾਈਡ ਦੇ ਨਾਲ। ਆਪਣੇ ਕੋਲ ਫਾਰਮੇਸ਼ਨ ਹੋ ਜਾਏਗੀ ਐਲਕੀਨ ਦੀ, पोटाशियम हलाइड बाहर आ जाएगा और वाटर मॉलिक्यूल क्या हो जाएगा, एलिमिनेट हो जाएगा। फॉर एग्जाम्पल वी कैन गेट वी टेक इथाइल क्लोराइड, अपन अल्कोहलिक पोटाशियम हाइड्रोक्साइड ने रिएक्ट किया, अपने को फॉर्मेशन होगी इथाइलिन दी, KCl रिमूव हो गया और वाटर मॉलिक्यूल भी क्या हो गया, रिमूव हो गया। हुण इहदा मैकेनिज्म देखो, कहंदे द डीहाइड्रोहेलोजिनेशन ऑफ एल्काइल टेक प्लेस द फॉलोइंग द बेस सच एज, बेस केड़ा लता अपन ने KOH विच क्या K पॉजिटिव OH नेगेटिव इज अ बेस, अपन को पता है, ठीक है। तो कहते सच एज हाइड्रोक्सिल आयन obtained from the alcoholic potash abstract a proton from the beta carbon, ठीक है। देखो हुण आ कार्बन है, इस कार्बन दे नाल क्या लग गया, हैलाइड लग गया, तो ये हो गया अल्फा, दूसरा कार्बन क्या हो गया, बीटा। कहते जिहड़ा बेस आ OH नेगेटिव आ, इन्हें क्या करना है, बेस ने प्रोटोन नू abstract करना है, OH नेगेटिव ने H पॉजिटिव लेना, तो किस चीज़ की फॉर्मेशन हो जाएगी, वाटर मॉलिक्यूल रिमूव हो जाएगा। तो कहते बेस ने क्या करना है, हाइड्रोजन लेना, किहड़ा हाइड्रोजन लेना, जिहड़ा बीटा कार्बन दे उपर लग्या, ठीक है। जदों बेस हाइड्रोजन नूं लेके जाऊंगा तो हाइड्रोजन ने प्रोटोन के रूप च बाहर जाना है, दैट मीन जेडे इहदे इलैक्ट्रॉन्स होणगे हाइड्रोजन कार्बन बॉन्ड वाले किहनूं दिख जाने, कार्बन कार्बन सिंगल बॉन्ड, इत्थे किहड़ा हो जाएगा, डबल बॉन्ड। और जिहड़ा ये हाइड्रोजन जिहड़ा ये हैलाइड आ, हुण क्योंकि कार्बन की वैलेंसी 5 तो हो नहीं सकती, इस करके आपां नूं कुछ एलिमिनेट करना पैना। तो आपां जदों बेस प्रोटोन लेके जाएगा उहदे नाल ही अपने कोल क्या रिमूव होगा, एक हैलाइड रिमूव हो जाएगा, अपने को फॉर्मेशन हो जाएगी एल्कीन दी और वाटर मॉलिक्यूल रिमूव हो जाएगा, ठीक है। और क्या हो जाएगा, हैलाइड आयन रिमूव हो जाएगा।
It has been also observed that dehydrohalogenation generally involve the removal of hydrogen and halogen substitute transposition with respect to each as shown below. ਕਹਿੰਦੇ ਇਹ observe ਕੀਤਾ ਗਿਆ ਕਿ ਜਦੋਂ dehydrohalogenation ਹੁੰਦੀ ਹੈ ਤਾਂ ਜਦੋਂ involve the removal of ਉਹਦੇ ਵਿੱਚ ਹਾਈਡਰੋਜਨ ਤੇ ਹੈਲੋਜਨ ਦੀ ਰਿਮੂਵਲ ਹੁੰਦੀ ਆ ਕਿਹਦੀ ਉਹ ਕਿਹੜੀ ਪੋਜੀਸ਼ਨ ਤੇ ਲੱਗੇ ਹੁੰਦੇ ਨੇ ਟਰਾਂਸਪੋਜੀਸ਼ਨ ਤੇ ਅਗਰ ਉਹ ਸਿਸ ਦੇਖੋ ਇੱਕ ਦੋਨੋਂ ਆਪੋਜ਼ਿਟ ਪੋਜੀਸ਼ਨ ਦੇ ਉੱਪਰ ਹੈ अगर सेम पोजीशन पे होंगे तो सिस एंड दोनों ऑपोजिट पोजीशन के उपर आता क्या हो गया ट्रांसपोजिशन के उपर आते हैं तो एनर्जी रिक्वायर्ड टू क्लीवेज ऑफ कार्बन हाइड्रोजन कार्बन हैलोजन बॉन्ड कम फ्रॉम जी एनर्जी रिक्वायर्ड है कार्बन हाइड्रोजन बॉन्ड तोड़न लई ते कार्बन हैलोजन वाले बॉन्ड ਨੂੰ ਤੋੜਨ ਲਈ ਉਹ ਕਿੱਥੋਂ ਆਉਂਦੀ ਫਰਸਟ ਫਾਰਮੇਸ਼ਨ ਆਫ ਬੌਂਡ ਬਿਟਵੀਨ ਦਾ ਬੇਸ ਆਇਨ ਐਂਡ ਅਬਸਟ੍ਰੈਕਟ H ਪੋਜ਼ਿਟਿਵ ਆਇਨ ਤਾਂ ਕਿਆ ਕਰਨਾ ਹੈ ਜਿਹੜਾ ਬੇਸ ਆ ਆਪਾਂ ਨੂੰ ਪਤਾ OH ਨੈਗੇਟਿਵ ਜਿਹੜਾ ਆਪਾਂ ਲੱਤਾ ਹੈ K ਪੋਜ਼ਿਟਿਵ ਇਹਨੂੰ ਤੋੜਿਆ ਪਹਿਲਾਂ ਪੋਟਾਸ਼ੀਅਮ ਹਾਈਡਰੋਕਸਾਈਡ ਨੂੰ ਉੱਚੋਂ K ਪੋਜ਼ਿਟਿਵ ਅਲੱਗ ਹੋ ਗਿਆ ਬੇਸ ਅਲੱਗ ਹੋ ਗਿਆ ਠੀਕ ਹੈ ਤਾਂ ਕਹਿੰਦੇ ਆਪਾਂ ਨੂੰ ਪਤਾ ਹੈ ਕਿ ਜਿਹੜਾ ਆਪਾਂ ਨੇ ਬੇਸ ਲੱਤਾ ਹੈ ਉਹਨੇ ਕਿਆ ਅਬਸਟ੍ਰੈਕਟ ਕਰਨਾ ਪ੍ਰੋਟੋਨ ਨੂੰ ਅਬਸਟ੍ਰੈਕਟ ਕਰ ਲਿਆ ਫਾਰਮੇਸ਼ਨ ਆਫ ਸੈਕੰਡ ਬੌਂਡ ਵਿਦ ਦਾ ਕਾਰਬਨ ਐਟਮ ਸੈਕੰਡ ਉਹਦੇ ਨਾਲ ਜਦੋਂ ਬੇਸ ਅਬਸਟ੍ਰੈਕਟ ਹੋਇਆ ਸੈਕੰਡ ਜਗ੍ਹਾ ਕਿ ਆਪਣੇ ਕੋ ਫਾਰਮ ਹੋ ਗਿਆ ਡਬਲ ਬੌਂਡ ਫਾਰਮ ਹੋ ਗਿਆ ਠੀਕ ਹੈ ਸੋਲਵੇਸ਼ਨ ਆਫ ਅਲਾਈਡ ਨਾ ਇਨਟੂ ਦਾ ਕੰਪੇਨਡ ਬਾਈ ਰਿਲੀਜ਼ਿੰਗ ਆਫ ਕੰਸੀਡਰੇਬਲ એનર્ਜੀ ਜਿਹੜੀ એનર્ਜੀ ਇਹ ਜਦੋਂ ਇਹ ਪ੍ਰੋਟੋਨ ਅਬਸਟ੍ਰੈਕਟ ਹੋਇਆ ਜਿਹੜੀ એનર્ਜੀ ਰਿਲੀਜ਼ ਹੋਈ ਉਹੀ એનર્ਜੀ ਕਾਦੇ ਵਿੱਚ ਯੂਜ਼ ਹੋ ਗਈ X ਨੈਗੇਟਿਵ ਆਇਨ ਨੂੰ ਕਿਆ ਕਰਨ ਲਈ ਰਿਮੂਵ ਕਰਨ ਦੇ ਲਈ ठीक है जी सो इट शुड बी नोटेड दैट द रिएक्शन डज नॉट टेक प्लेस स्टैप वाइज मैनर ये रिएक्शन स्टैप वाइज मैनर एक ही स्टैप रिएक्शन है ठीक है सो ये मैकेनिज्म केड़ा E2 मैकेनिज्म E स्टैंड फॉर एलिमिनेशन 2 स्टैंड फॉर बायोमोलिकुलर ठीक है दो प्रोडक्ट रिमूव हो रहे हैं दैट मीन्स एक है बायोमोलिकुलर मैकेनिज्म है E2 मैकेनिज्म है इन्वॉल्व द सिंगल स्टेप बायोमोलिकुलर एलिमिनेशन प्रोसेस अगर दो मॉलिक्यूल रिमूव हो रहे हैं तो ये क्या होगा E2 अगर एक मॉलिक्यूल रिमूव होता तो E1 होनी सी हुण आपां गल करदे आ रीजो केमिस्ट्री दी ओरीएंटेशन ऑफ डीहाइड्रोहैलोजिनेशन ओरीएंटेशन मतलब केड़ा प्रोडक्ट ज़्यादा बनता दो प्रोडक्ट बन सकते हैं हमेशा केड़ा प्रोडक्ट ज़्यादा बनता केड़ा घट बनता अगर कहते तुसीं सेकेंडरी बिटाइल क्लोराइड ले रहे हो CH3 CH2 CHCl CH3 उन्होंने पोटाशियम अल्कोहल पोटाशियम हाइड्रोक्साइड नाल रिएक्ट करवा रहे हो KCl ते वाटर मॉलिक्यूल तो रिमूव होने है जिवें इत्थे होया सीगा KCl ਤੇ ਵਾਟਰ ਮੋਲੀਕੂਲ ਤਾਂ ਰਿਮੂਵ ਹੋਣੇ ਹੀ ਆ ਤਾਂ ਹੁਣ ਕਹਿੰਦੇ ਦੋ ਤਰ੍ਹਾਂ ਦੇ ਪ੍ਰੋਡਕਟ ਬਣ ਸਕਦੇ ਆ ਇੱਕ ਬਣ ਸਕਦਾ 2 ਬੂਟੀਨ ਇੱਕ ਬਣ ਸਕਦਾ 1 ਬੂਟੀਨ ਜਿਹੜਾ 2 ਬੂਟੀਨ ਆ ਉਹ ਜ਼ਿਆਦਾ ਸਟੇਬਲ ਹੈ ਜਿਹੜਾ 1 ਬੂਟੀਨ ਆ ਉਹ ਲੈਸ ਸਟੇਬਲ ਹੈ 2 ਬੂਟੀਨ 80% ਬਣਦਾ ਹੈ और 1 butene 20% बनता क्यों कहते द मैक्सिमम फॉर्मेशन इन सच केस कंटेन द मोस्ट स्टेबल एल्कीन इज प्रोडोमिनेंट क्वांटिटी जितना ज़्यादा स्टेबल एल्कीन होएगा उन्नी ही क्वांटिटी क्या करेगी प्रोडोमिनेंट करेगी एज ऑलरेडी एक्सप्लेन द ऑर्डर ऑफ सिलेक्टिविटी ऑफ एल्केन इज डिटरमाइंड बाय द नंबर ऑफ अल्काइल ग्रुप अटैच टू द डबली बॉन्डेड कार्बन ठीक है हुण कहते ये तुसी प्लस 2 च पढ़िया होएगा ये चीज़ वो कहते कि अपन पता है कि एज एक्सप्लेन द ऑर्डर ऑफ स्टेबिलिटी जी एल्कीन की स्टेबिलिटी है ठीक है वो कहते डबल बॉन्ड के स्टेज ऑफ रूल सबने पढ़िया शायद पढ़िया ना सबने स्टेज ऑफ रूल क्या कहते हैं कि डबल बॉन्ड के अक्रॉस जिन्ने ज़्यादा अल्काइल ग्रुप लगे हुए ने थोड़ा डबल बॉन्ड उन्ना ही ज़्यादा स्ट्रोंग होंदा है अच्छा उन्ना जो एल्कीन है उन्ना ही ज़्यादा स्ट्रोंग होंदा हुण देखो इधर देखो इत्थे आ डबल बॉन्ड है ठीक है इस डबल बॉन्ड के क्रॉस इस डबल बॉन्ड के अक्रॉस अपने को किन्ने लगे ने 1 और 2 ठीक है हुण इत्थे डबल बॉन्ड के अक्रॉस इधर तो कोई भी नहीं लगे अपने डबल बॉन्ड के जिस कार्बन के नाल डबल बॉन्ड लगे आ उहदे नाल सिर्फ एक अल्काइल ग्रुप लग्या तो कहते डबल बॉन्ड के क्रॉस जिन्ने ज़्यादा अल्काइल ग्रुप होंगे उन्नी ज़्यादा स्टेबिलिटी होएगी इस एक रीजन करके 2 बूटीन है ज़्यादा स्टेबल और 1 बूटीन है लैस स्टेबल इस करके 2 बूटीन ज़्यादा बनेगा क्योंकि उहदे अक्रॉस डबल बॉन्ड के अक्रॉस आ डबल बॉन्ड है इहदे क्रॉस एक इधर भी अल्काइल ग्रुप लगे इधर भी अल्काइल ग्रुप लगे बट इन द केस ऑफ 1 बूटीन अपने को सिर्फ इस तरफ ही अल्काइल ग्रुप लगे डबल बॉन्ड के क्रॉस इस तरफ कोई भी अल्काइल ग्रुप नहीं लग्या सो वो कहते मोर नंबर ऑफ अल्काइल ग्रुप ग्रेटर इज द स्टेबिलिटी जिन्ने ज़्यादा नंबर ऑफ अल्काइल ग्रुप होंगे उन्नी ज़्यादा स्टेबिलिटी होएगी सच उस नाल ही क्या होगा एस ऑफ फॉर्मेशन भी क्या होएगी ज़्यादा होएगी हुण आपां गल करदे स्टेज ऑफ रूल दी वो कहते जिहड़ा स्टेज ऑफ रूल है ਉਹਦੇ ਉਹ क्या कहता है अकॉर्डिंग टू स्टेज ऑफ रूल वैन अल्काइल लाइट कैन अंडरगो एलिमिनेशन रिएक्शन कहते जो अल्काइल कोई भी अल्काइल हैलाइड है अल्काइल लाइट किहड़े हुंदे ने आर एक्स आर कोई भी अल्काइल ग्रुप आर कोई भी अल्काइल CH3 हो सकता है ठीक है ये हो गया क्लोरीन ठीक है जी सो कहते
ਕਹਿੰਦੇ ਜਦੋਂ ਕੋਈ ਵੀ ਅਕੋਰਡਿੰਗ ਟੂ ਜਦੋਂ ਕੋਈ ਵੀ ਅਲਕਾਈਲ ਹੈਲਾਈਡ ਆ ਜਿਹੜਾ ਐਲੀਮੀਨੇਸ਼ਨ ਰਿਐਕਸ਼ਨ ਦੇ ਅੰਡਰਗੋ ਹੁੰਦਾ ਹੈ ਜਾਂ E1 ਹੋਵੇ ਚਾਹੇ E2 ਹੋਵੇ, ਠੀਕ ਆ, ਉਹਦੇ ਵਿੱਚ 2 ਜਾਂ 2 ਤੋਂ ਜ਼ਿਆਦਾ ਪ੍ਰੋਡਕਟ ਬਣ ਸਕਦੇ ਆ ਅਕ੍ਰੋਸ ਦ ਡਬਲ ਬੌਂਡ, ਠੀਕ ਹੈ। ਮਿਕਸਚਰ ਆਫ 2 ਪ੍ਰੋਡਕਟ ਪ੍ਰੈਫਰਡ 2 ਪ੍ਰੋਡਕਟ ਬਣਨਗੇ, ਤੇ ਜਿਹੜਾ ਪ੍ਰੈਫਰਡ ਪ੍ਰੋਡਕਟ ਹੋਏਗਾ ਉਹ ਕਿਹੜਾ ਹੋਏਗਾ, ਜਿਹੜਾ ਕਿ ਹਾਈਲੀ ਕਿਆ ਹੋਏਗਾ, ਅਲਕਾਈਲੇਟਿਡ ਹੋਏਗਾ ਐਟ ਦਾ ਡਬਲ ਬੌਂਡਡ ਕਾਰਬਨ ਐਟਮ। ਦੈਟ ਮੀਨਸ ਜਿਸ ਡਬਲ ਬੌਂਡ ਦੇ ਅਕ੍ਰੋਸ ਜਿੰਨੇ ਜ਼ਿਆਦਾ ਅਲਕਾਈਲ ਗਰੁੱਪ ਲੱਗੇ ਹੋਣਗੇ ਉਹ ਕਿਆ ਹੋਏਗਾ, ਉਨਾ ਹੀ ਜ਼ਿਆਦਾ ਕਿਆ ਹੋਏਗਾ, ਪ੍ਰੈਫਰਡ ਪ੍ਰੋਡਕਟ ਹੋਏਗਾ। ਜਿਹਦੇ ਅਕ੍ਰੋਸ ਘੱਟ ਲੱਗੇ ਹੋਣਗੇ ਉਹ ਕਿਆ ਹੋਏਗਾ, ਲੈਸ ਸਟੇਬਲ ਪ੍ਰੋਡਕਟ ਹੋਏਗਾ। ਸੋ ਮੋਰ ਇਜ਼ देयरफॉर मोर स्टेबल एंड ईजी टू फॉर्म, और उन्ना ही ज़्यादा स्टेबल होएगा उन्ना ज़्यादा फॉर्म होएगा। आई रिपीट, स्टेज द रूल क्या कहता है कि जो कोई भी अल्काइल हैलाइड एलिमिनेशन रिएक्शन के अंडरगो जाता है तो 2 तरह के प्रोडक्ट, 2 मिक्सचर ऑफ 2 प्रोडक्ट्स फॉर्म होंगे ने, तो जो प्रैफर्ड प्रोडक्ट होएगा वो किहड़ा होएगा, जिस डबल बॉन्ड के अक्रॉस क्या होणगे, ज़्यादा अल्काइल ग्रुप लगे होंगे एज कंपेयर टू उस ओ वाले दे जिहदे अक्रॉस घट नंबर ऑफ अल्काइल ग्रुप लगे होंगे। हुण दोनों च देखो ट्यूबटीन दे अक्रॉस किन्ने लगे ने 2 और इधर कितना लगे है 1, दैट मीनस फिर ट्यूबटीन क्या है, ज़्यादा फॉर्म होएगा और ईजिली फॉर्म होएगा। हुण रिएक्टिविटी ऑफ अल्काइल लाइट इन द डिहाइड्रोहेलोजिनेशन, कहंदे इट हैज़ बीन फाउंड दैट अल्काइल लाइट विद द गिवन अल्काइल ग्रुप रेट ऑफ एलिमिनेशन वेरी। हुण अपने पता अपने को डिफरेंट अल्काइल लाइट्स होंगे ने, किहड़े किहड़े आ अपने कोल अल्काइल फ्लोराइड हो गया, अल्काइल क्लोराइड हो गया, ब्रोमाइड हो गया, आयोडाइड हो गया। तो हुण इन्हां दे हुण डिफरेंट इन्हां दा साइज़ भी डिफरेंट, एटॉमिक नंबर भी डिफरेंट है, तो इन्हां दी एलिमिनेशन रिएक्शन करन दी स्पीड या फिर तुसीं कह सकदे हो मैकेनिज्म भी डिफरेंट है। सो जिहड़ा रेट है, जिहड़ी स्पीड है एलिमिनेशन रिएक्शन नूं करन दी, सब तो ज़्यादा किहड़े ईजिली कर लैंदा है, अल्काइल आयोडाइड, फिर ब्रोमाइड, फिर क्लोराइड, सब तो घट कौन करता है, अल्काइल फ्लोराइड। उस तो बाद देखो सेकंड हैगा डिहाइड्रेशन ऑफ अल्कोहल। डिहाइड्रेशन का मतलब रिमूवल ऑफ वाटर मॉलिक्यूल, ठीक है। अल्कोहल दे विचों वाटर मॉलिक्यूल रिमूव करना। अल्कोहल का फार्मूला ROH, R मीन्स CH3, OH मिथेनॉल होगा, इथेनॉल होगा, दे ऑल आर अल्कोहल। सो अपन क्या करना है, अपन ने अल्कोहल लेना है, ठीक है। अल्कोहल लेता, अल्कोहल नूं हीट करना इन द प्रेजेंस ऑफ सुटेबल एसिड, चाहे किहड़ा एसिड, सल्फ्यूरिक एसिड, फॉस्फोरिक एसिड हो सकता है, या फिर तुसी एलूमिना दे वेपर पास कर सकते हो जिहड़ा लुइस एसिड हुंदा है, ठीक है। उहदे नाल क्या होना, आह इत्थे तो वाटर मॉलिक्यूल इत्थे तो वाटर मॉलिक्यूल रिमूव हो जाना, ठीक है। और जिहड़ा इन्हें जो इन्हें H पॉजिटिव के रूप च जाना, इन्हें अपने इलैक्ट्रॉन किहनूं दे के जाना, इस कार्बन नूं, ठीक है। और उन्हें OH नैगेटिव के रूप च जाना, तो इन्हें अपने इलैक्ट्रॉन लेके जाना। दोनों जो एलिमिनेट हो जाएंगे, वाटर मॉलिक्यूल अपने को फॉर्मेशन हो जाएगी एल्केन दी। फॉर एग्जांपल एथाइल अल्कोहल 96% H2SO4 एट 443 कैल्विन टैंपरेचर अपने को फॉर्मेशन होगी कि दी इथाइलिन दी। ਹੁਣ ਮੈਕੈਨਿਜ਼ਮ ਦੇਖੋ, ਤਾਂ ਕਹਿੰਦੇ ਇਹਦੇ ਵਿੱਚ ਕੀ ਹੁੰਦਾ ਹੈ, ਇਹਦੇ ਇਹ ਯੂਨੀਮੋਲੀਕੂਲਰ ਐਲੀਮੀਨੇਸ਼ਨ ਰਿਐਕਸ਼ਨ ਹੈ। ਯੂਨੀਮੋਲੀਕੂਲਰ ਦਾ ਮਤਲਬ ਸਿੰਗਲ ਸਟੈਪ ਰਿਐਕਸ਼ਨ ਹੈ, ਠੀਕ ਹੈ। ਫॉर एग्जांपल ਸੌਰੀ E1 ਰਿਐਕਸ਼ਨ ਹੈ ਯੂਨੀਮੋਲੀਕੂਲਰ, ਯਾਨੀ ਕਿ ਇਹਦੇ ਵਿੱਚੋਂ ਇੱਕ ਵਾਟਰ ਮੋਲੀਕੂਲ ਹੀ ਰਿਮੂਵ ਹੋਣਾ ਹੈ, ਬਾਈ ਪ੍ਰੋਡਕਟ ਨਹੀਂ ਰਿਮੂਵ ਹੋਣਾ। E1 ਹੈ, ਜਿਵੇਂ S1 ਤੁਸੀਂ S2 ਪੜ੍ਹੀ ਹੈ, ਠੀਕ ਹੈ। SN1 रिएक्शन किहड़ी हुंदी है, 2 स्टैप रिएक्शन हुंदी है। SN2 किहड़ी हुंदी है, 1 स्टैप रिएक्शन। सिमिलर यही है, E2 1 स्टैप रिएक्शन है और E1 क्या है, 2 स्टैप रिएक्शन है। तो इहदे विच क्या होना है, देखो पहला अल्कोहल ने क्या, इथाइल अल्कोहल है, अपन पता ऑक्सीजन के उपर लोन पेयर हुंदे आ 2, ठीक है। उहदे विच अपन ने एसिड ऐड किया H3O पॉजिटिव, ठीक है। ये किवें आया, देखो जो वाटर के अपन ने H पॉजिटिव, अपन पता एसिड का फॉर्म है, जो वाटर से अपन ने H पॉजिटिव मिलाता तो अपने को क्या बन गया, CH3O पॉजिटिव। फास्ट स्टैप रिएक्शन है, तो इन्हें क्या करना है, वाटर ने रिमूव हो जाना, जिहड़ा CH3 दे नाल H पॉजिटिव है उन्हें कित्थे जाके अटैच हो जाना इस ऑक्सीजन के नाल, ठीक है। फर्स्टली ये अटैच हो गया, ठीक है। सैकेंड स्टैप च क्या होना है कि जिहड़ा ये हुण इत्थे एक तरह का वाटर मॉलिक्यूल बन गया, इत्थे पॉजिटिव चार्ज आ ऑक्सीजन के उपर, ऑक्सीजन कोल तां 2 लोन पेयर हुंदे आ, पर इत्थे एक लोन पेयर हाइड्रोजन ले लिया। जदों हुण ये अनस्टेबल हो गया तो कार्बन ने क्या करना, अपने इलैक्ट्रॉन किहनूं दे देने, ऑक्सीजन नूं। इनू इलैक्ट्रॉन दे के वाटर मॉलिक्यूल नूं क्या करता, आपां ने रिमूव करता। स्लो स्टैप रेट डिटरमाइनिंग स्टैप होएगा। हुण इत्थे किहड़ा चार्ज आ गया, पॉजिटिव चार्ज है, क्योंकि कार्बन ने अपने इलैक्ट्रॉन ऑक्सीजन नूं दित्ते आ। हुण क्या करना है कि
ਜਿਹੜਾ ਹਾਈਡਰੋਜਨ ਹੈ ਇਹਨੇ ਪ੍ਰੋਟੋਨ ਦੇ ਰੂਪ ਦੇ ਵਿੱਚ ਬਾਹਰ ਜਾਣਾ ਹੈ, ਤਾਂ ਇਹਨੇ ਕੀ ਕਰਨਾ, ਆਪਣੇ ਇਹ ਵਾਲੇ ਇਲੈਕਟ੍ਰੋਨ ਕਿਹਨੂੰ ਦੇ ਦੇਣੇ, ਕਾਰਬਨ ਨੂੰ। ਕਾਰਬਨ ਦਾ ਕਾਰਬਨ ਡਬਲ ਬੌਂਡ ਖਤਮ ਹੋਣਾ, H ਪੋਜ਼ਿਟਿਵ ਨੇ ਰਿਮੂਵ ਹੋ ਜਾਣਾ, ਕਿਹਦੀ ਹੈਲਪ ਦੇ ਨਾਲ, ਵਾਟਰ ਮੋਲੀਕਿਊਲ ਦੀ ਹੈਲਪ ਨਾਲ। ਜਿਹੜਾ ਆਪਾਂ ਨੇ ਐਸਿਡ ਐਡ ਕੀਤਾ ਸੀ ਉਹੀ ਐਸਿਡ ਕਿਆ ਹੋ ਗਿਆ ਆਪਣਾ, ਰਿਮੂਵ ਹੋ ਗਿਆ। ਠੀਕ ਹੈ ਜੀ। ਕਹਿੰਦੇ all the three step above involve the reversible equivariate, ਠੀਕ ਹੈ, ਸਾਰੇ ਰਿਵਰਸੀਬਲ ਰਿਐਕਸ਼ਨਸ ਨੇ। as the resulting alkane is much more volatile than the starting alcohol, ਜਿਹੜਾ ਅਲਕੀਨ ਆਇਆ, ਜਿਹੜਾ ਆਪਣੇ ਕੋਲ ਅਲਕੀਨ ਆਇਆ ਜ਼ਿਆਦਾ ਵੋਲੇਟਾਈਲ ਹੁੰਦਾ as compared to its starting alcohol and easily drive out from the reaction mixture, ਤੇ easily drive out ਆਪਾਂ easily ਇਹਨੂੰ remove ਕਰ ਸਕਦੇ ਹਾਂ। shift the equilibrium in the step third toward the right, constant entire reaction push to the completion। ਹੁਣ ਆਪਾਂ ਗੱਲ ਕਰਦੇ ਹਾਂ ਰਿਜ਼ਿਊ ਸਿਲੈਕਟਿਵਿਟੀ ਦੀ। ਠੀਕ ਹੈ ਜੀ। ਹੁਣ ਪਹਿਲਾਂ ਇਹਦੇ ਐਵੀਡੈਂਸ ਦੇਖ ਲੈਂਦੇ ਕਿਹੜੇ ਕਿਹੜੇ ਸਪੋਰਟਸ ਆ। ਤਾਂ ਕਹਿੰਦੇ ਰਿਲੇਟਿਵ ਏਸ ਆਫ ਹਾਈਡਰੋਜਨੇਸ਼ਨ ਆਫ ਅਲਕੋਹਲ, ਕਹਿੰਦੇ ਇਟ ਹੈਜ਼ ਬੀਨ ਓਬਜ਼ਰਵਡ ਦੈਟ ਏਸ ਆਫ ਡੀਹਾਈਡਰੋਜਨੇਸ਼ਨ ਆਫ ਅਲਕੋਹਲ ਕਿਹੜੇ ਉਹਦਾ ਆਰਡਰ ਕਿਆ, ਟਰਸ਼ਰੀ ਈਜ਼ਲੀ ਹੋ ਜਾਂਦੇ, ਫਿਰ ਸੈਕੰਡਰੀ ਪ੍ਰਾਇਮਰੀ ਥੋੜੇ ਜਿਹੇ ਡਿਫਿਕਲਟੀ ਨਾ ਹੁੰਦੇ ਆ। ਤਾਂ ਅਬਜ਼ਰਵ ਆਰਡਰ ਕੈਨ ਬੀ ਜਸਟੀਫਾਈਡ ਇਨ ਟਰਮ ਆਫ ਰੇਟ ਡਿਟਰਮਾਈਨਿੰਗ ਸਟੈਪ ਇਨ ਦਾ ਪ੍ਰੋਸੈਸ ਆਫ ਦਾ ਡੀਹਾਈਡਰੇਸ਼ਨ ਵਿਚ ਇਨਵੋਲਵ ਦਾ ਡਿਸੋਸੀਏਸ਼ਨ ਆਫ ਪ੍ਰੋਟੋਨ ਅਲਕੋਹਲ ਟੂ ਫਾਰਮ ਆ ਕਾਰਬੋਕੇਟਾਈਨ। ਤਾਂ ਕਿਆ ਕਹਿੰਦੇ ਇਸ ਜਿਹੜਾ ਆਰਡਰ ਹੈ ਟਰਸ਼ਰੀ ਐਂਡ ਸੈਕੰਡਰੀ ਦੈਨ ਪ੍ਰਾਇਮਰੀ, ਇਹਨੂੰ ਕੌਣ ਜਸਟੀਫਾਈ ਕਰਦਾ, ਰੇਟ ਡਿਟਰਮਾਈਨਿੰਗ ਸਟੈਪ। ਰੇਟ ਡਿਟਰਮਾਈਨਿੰਗ ਸਟੈਪ 'ਚ ਕਿਸ ਚੀਜ਼ ਦੀ ਫਾਰਮੇਸ਼ਨ ਹੁੰਦੀ, ਦੇਖੋ ਆ ਸਲੋ ਸਟੈਪ ਆ, ਸਲੋ ਸਟੈਪ ਇਜ਼ ਅ ਰੇਟ ਡਿਟਰਮਾਈਨਿੰਗ ਸਟੈਪ। ਕਿਸ ਚੀਜ਼ ਦੀ ਫਾਰਮੇਸ਼ਨ ਹੁੰਦੀ, ਕਾਰਬੋਕੇਟਾਈਨ ਦੀ। ਤਾਂ ਕਹਿੰਦੇ ਆਪਾਂ ਨੂੰ ਪਤਾ ਜਿਹੜਾ ਟਰਸ਼ਰੀ ਕਾਰਬੋਕੇਟਾਈਨ ਉਹ ਜ਼ਿਆਦਾ ਸਟੇਬਲ ਹੁੰਦਾ ਐਜ਼ ਕੰਪੇਅਰ ਟੂ ਸੈਕੰਡਰੀ ਐਂਡ ਦੈਨ ਲਾਸਟ ਵਿੱਚ ਕਿਹੜਾ ਹੁੰਦਾ ਹੈ, ਪ੍ਰਾਇਮਰੀ। So it appeared that the greater the stability and the ace of formation of carbocation form in the rate determining step, greater is the tendency to form a alcohol to change into the carbocation। ਜਿੰਨੀ ਜ਼ਿਆਦਾ ਸਟੇਬਿਲਿਟੀ ਹੋਏਗੀ ਕਾਰਬੋਕੇਟਾਈਨਸ ਦੀ ਉਨੀ ਹੀ ਈਜ਼ਲੀ ਉਨੇ ਹੀ ਜ਼ਿਆਦਾ ਚਾਂਸਿਸ ਹੋਣਗੇ ਅਲਕੋਹਲ ਦੇ ਕਾਹਦੇ ਵਿੱਚ ਕਨਵਰਟ ਹੋਣ ਲਈ, ਕਾਰਬੋਕੇਟਾਈਨਸ ਦੇ ਵਿੱਚ। ਸੋ ਹੁਣ ਟਰਸ਼ਰੀ ਕਾਰਬੋਕੇਟਾਈਨ ਜ਼ਿਆਦਾ ਸਟੇਬਲ ਹੁੰਦਾ ਹੈ ਕਿਉਂਕਿ ਉਹਦੇ ਨਾਲ ਕਿਆ ਹੁੰਦੇ ਆ, ਐਵੇਂ ਹੁੰਦਾ ਉਹ ਲਾਈਕ CH3 CH3 CH3। ਠੀਕ ਹੈ, ਇਹ ਜ਼ਿਆਦਾ ਸਟੇਬਲ ਹੁੰਦਾ ਹੈ। ਠੀਕ ਹੈ, ਔਰ ਪ੍ਰਾਇਮਰੀ ਉਸ ਤੋਂ ਘੱਟ, ਸੈਕੰਡਰੀ ਉਸ ਤੋਂ ਘੱਟ ਹੁੰਦਾ ਹੈ, ਦੈਨ ਪ੍ਰਾਇਮਰੀ ਕਿਆ ਹੁੰਦਾ, ਸੈਕੰਡਰੀ ਤੋਂ ਘੱਟ ਹੁੰਦਾ ਹੈ। ਸੋ ਹੁਣ ਕਹਿੰਦੇ ਕਿ ਜਿੰਨੀ ਜ਼ਿਆਦਾ ਸਟੇਬਿਲਿਟੀ ਹੋਏਗੀ ਕਾਰਬੋਕੇਟਾਈਨ ਦੀ ਉਨੀ ਈਜ਼ਲੀ ਇਹ ਫਾਰਮ ਹੋਣਗੇ, ਉਨੀ ਈਜ਼ਲੀ ਅਲਕੇਨ ਫਾਰਮ ਹੋਊਗਾ ਫਰੋਮ ਅਲਕੋਹਲ ਤੋਂ। ਯਾਨੀ ਕਿ ਟਰਸ਼ਰੀ ਦੀ ਸਟੇਬਿਲਿਟੀ ਜ਼ਿਆਦਾ ਹੁੰਦੀ, ਇਸ ਕਰਕੇ ਟਰਸ਼ਰੀ ਈਜ਼ਲੀ ਕਿਆ ਕਰ ਲੈਂਦਾ ਹੈ, ਅਲਕੋਹਲ ਨੂੰ ਟਰਸ਼ਰੀ ਅਲਕੋਹਲ ਈਜ਼ਲੀ ਕਾਚ ਕਨਵਰਟ ਹੋ ਜਾਂਦੇ ਨੇ ਐਲਕੀਨਸ ਦੇ ਵਿੱਚ। ਠੀਕ ਹੈ, tertiary alcohol undergo dehydrogenation most readily because they form the tertiary carbocation which is more stable। ਉਹੀ ਗੱਲ ਕਹਿੰਦੇ ਜਿਹੜਾ ਟਰਸ਼ਰੀ ਅਲਕੋਹਲ ਹੈ ਉਹ ਜਲਦੀ ਡੀਹਾਈਡਰੋਜਨੇਸ਼ਨ ਕਰ ਦਿੰਦੇ ਆ ਅਲਕੋਹਲ ਦੀ, ਕਿਉਂਕਿ ਟਰਸ਼ਰੀ ਕਾਰਬੋਕੇਟਾਈਨ ਕਿਆ ਹੁੰਦੇ, ਜ਼ਿਆਦਾ ਸਟੇਬਲ ਹੁੰਦੇ ਨੇ। ਹੁਣ ਆਪਾਂ ਗੱਲ ਕਰਦੇ ਹਾਂ ਰੀਜੋ ਸਿਲੈਕਟਿਵਿਟੀ ਦੀ, ਓਰੀਐਂਟੇਸ਼ਨ ਦੀ, ਕਿਹੜੇ ਕਿਹੜੇ ਪ੍ਰੋਡਕਟ ਬਣਦੇ ਆ। ਹੁਣ ਡਬਲ ਬੌਂਡ ਤੇ ਇੱਧਰ ਦੇਖੋ ਉਹੀ ਚੀਜ਼ ਆ ਜਾਣੀ। ਕਹਿੰਦੇ ਜਦੋਂ ਤੁਸੀਂ ਡੀਹਾਈਡਰੋਜਨੇਸ਼ਨ ਕਰੋਗੇ ਅਲਕੋਹਲ ਦਾ ਕਿਸੇ ਐਸਿਡ ਦੀ ਪ੍ਰੈਜ਼ੈਂਸ ਦੇ ਵਿੱਚ, ਤਾਂ ਆਪਣੇ ਕੋਲ ਮਿਕਸਚਰ ਆਫ 2 ਪ੍ਰੋਡਕਟਸ ਆਣਗੇ। ਠੀਕ ਹੈ, ਜ਼ਿਆਦਾ ਪ੍ਰੋਡਕਟ ਜਿਹੜਾ ਜ਼ਿਆਦਾ ਬਣੇਗਾ ਪ੍ਰੋਡਕਟ ਉਹ ਕਿਹੜਾ ਹੋਏਗਾ, ਉਹ ਵਾਲਾ ਹੋਏਗਾ ਜਿੱਥੇ ਡਬਲ ਬੌਂਡ ਦੇ ਅਕਰੋਸ ਜ਼ਿਆਦਾ ਨੰਬਰ ਆਫ ਅਲਕਾਈਲ ਗਰੁੱਪ ਲੱਗੇ ਹੋਣਗੇ। ਫਾਰ ਐਗਜ਼ਾਮਪਲ ਦੇਖੋ ਸੈਕੰਡਰੀ ਬੁਟਾਈਲ ਅਲਕੋਹਲ ਹੈ, ਇਹਨੂੰ ਆਪਾਂ ਨੇ ਫਾਸਫੋਰਿਕ ਐਸਿਡ ਨਾਲ ਰਿਐਕਟ ਕੀਤਾ ਐਟ 293 ਕੈਲਵਿਨ ਟੈਂਪਰੇਚਰ ਤੇ ਵਾਟਰ ਮੋਲੀਕਿਊਲ ਰਿਮੂਵ ਹੋ ਗਿਆ। ਆਪਣੇ ਕੋਲ 2 ਪ੍ਰੋਡਕਟ ਆਣੇ ਆ, 1 ਬਿਊਟੀਨ ਤੇ 2 ਬਿਊਟੀਨ। 1 ਬਿਊਟੀਨ ਦੇ ਨਾਲ ਇੱਧਰ ਕੋਈ ਵੀ ਅਲਕਾਈਲ ਗਰੁੱਪ ਨਹੀਂ ਲੱਗਿਆ, ਇੱਥੇ ਲੱਗਿਆ ਸਿਰਫ ਇੱਕ ਅਲਕਾਈਲ ਗਰੁੱਪ। 2 ਬਿਊਟੀਨ ਦੇ ਨਾਲ ਡਬਲ ਬੌਂਡ ਦੇ ਕ੍ਰੋਸ ਇੱਧਰ ਵੀ ਲੱਗਿਆ, ਇੱਕ ਇੱਥੇ ਵੀ ਲੱਗਿਆ ਇੱਕ। ਠੀਕ ਹੈ ਜੀ, ਤਾਂ ਕਿਆ ਕਿਆ ਕਹਿੰਦੇ, ਤਾਂ ਜਿਹੜਾ ਆਪਣੇ ਕੋਲ ਜਿਹੜਾ ਸਟੇਬਲ ਪ੍ਰੋਡਕਟ ਕਿਹੜਾ ਬਣੇਗਾ ਔਰ ਜ਼ਿਆਦਾ ਕਿਹੜਾ ਬਣੇਗਾ, ਟਿਊਬਿਟਿਨ। ਕਹਿੰਦੇ ਸਟੇਜ ਆਫ ਪ੍ਰੂਫ ਦੇ ਅਕੋਰਡਿੰਗ ਜਿੰਨਾ ਜ਼ਿਆਦਾ ਤੁਹਾਡੇ ਕੋਲ ਡਬਲ ਬੌਂਡ ਦੇ ਕ੍ਰੋਸ ਆਪਣੇ ਕੋਲ ਜਿੰਨੇ ਨੰਬਰ ਆਫ ਅਲਕਾਈਲ ਗਰੁੱਪ ਲੱਗੇ ਹੋਣਗੇ ਉਨਾ ਹੀ ਜ਼ਿਆਦਾ ਆਪਣੇ ਕੋਲ ਕਿਆ ਹੋਏਗਾ, ਪ੍ਰੋਡਕਟ ਫਾਰਮ ਹੋਏਗਾ। ਹੁਣ ਇੱਥੇ ਦੇਖੋ ਸੈਕੰਡਰੀ ਬਟਾਈਲੀਨੀਅਮ ਆਇਨ ਹੋ ਗਿਆ ਹੈ, ਇਹਦੇ ਵਿੱਚ ਕਿਹੜਾ ਸਟੇਬਲ ਬਣੇਗਾ, ਦਿਸ ਵਨ, ਕਿਉਂਕਿ ਡਬਲ ਬੌਂਡ ਦੇ ਕ੍ਰੋਸ ਕਿਆ ਜ਼ਿਆਦਾ ਅਲਕਾਈਲ ਗਰੁੱਪ ਲੱਗੇ ਨੇ ਐਂਡ ਸੋ ਔਨ। ਹਾਂ, ਉਸ ਤੋਂ ਬਾਅਦ ਕਿਆ ਕਹਿੰਦੇ ਆ, ਰੀਅਰੇਂਜਮੈਂਟ ਆਫ ਕਾਰਬੋਕੇਟਾਈਨ ਫਾਰਮੇਸ਼ਨ ਅਨਐਕਸਪੈਕਟਿਡ ਪ੍ਰੋਡਕਟ ਡਿਊਰਿੰਗ ਡੀਹਾਈਡਰੋਜਨ। ਰੀਅਰੇਂਜਮੈਂਟ ਕਰਨੀ, ਦੋ ਤਰ੍ਹਾਂ ਦੀ ਰੀਅਰੇਂਜਮੈਂਟ, ਇੱਕ ਤਾਂ ਹੁੰਦੀ ਪ੍ਰੋਟੋਨ ਸ਼ਿਫਟ ਹੁੰਦੀ ਹੈ, ਅਲਕਾਈਲ ਸ਼ਿਫਟ। ਪ੍ਰੋਟੋਨ ਸ਼ਿਫਟ ਦਾ ਮਤਲਬ ਇੱਕ ਜਗ੍ਹਾ ਤੋਂ ਹਾਈਡਰੋਜਨ ਸ਼ਿਫਟ ਕਰਕੇ ਦੂਸਰੀ ਜਗ੍ਹਾ ਲਗਾ ਦੇਣਾ, ਔਰ ਅਲਕਾਈਲ ਸ਼ਿਫਟ ਹੁੰਦੀ ਹੈ ਇੱਕ ਜਗ੍ਹਾ ਤੋਂ ਅਲਕਾਈਲ ਗਰੁੱਪ ਨੂੰ ਚੱਕਣਾ ਦੂਸਰੀ ਜਗ੍ਹਾ ਫਿੱਟ ਕਰ ਦੇਣਾ। ਇਟ ਹੈਜ਼ ਫਾਊਂਡ ਦੈਟ ਡਿਊਰਿੰਗ ਦ ਡੀਹਾਈਡਰੋਜਨੇਸ਼ਨ ਆਫ ਅਲਕੋਹਲ ਸਮ ਆਫ ਦ ਅਲਕੀਨ ਫਾਰਮਡ ਆਰ ਨਾਟ ਵਟ
shift 1 would be actually expected, normally expected। ਆਪਾਂ ਕੀ ਐਕਸਪੈਕਟ ਕਰਦੇ ਹਾਂ ਕਿ ਜਿਸ ਡਬਲ ਬੌਂਡ ਦੇ ਅਕਰੋਸ ਜ਼ਿਆਦਾ ਨੰਬਰ ਆਫ ਅਲਕਾਈਲ ਗਰੁੱਪ ਲੱਗੇ ਆ ਉਹ ਜ਼ਿਆਦਾ ਸਟੇਬਲ ਹੋਏਗਾ, ਠੀਕ ਹੈ, ਐਜ਼ ਕੰਪੇਅਰ ਟੂ ਜਿਹਦੇ ਨਾਲ ਘੱਟ ਨੰਬਰ ਆਫ ਲੱਗੇ ਨੇ। ਬਟ ਕਹਿੰਦੇ ਕਈ ਵਾਰ ਕੀ ਹੁੰਦਾ ਕਿ ਆਪਣੇ ਕੋਲ ਜਿਹੜਾ ਆਪਾਂ ਪ੍ਰੋਡਕਟ ਐਕਸਪੈਕਟ ਕਰਦੇ ਹਾਂ ਉਹ ਪ੍ਰੋਡਕਟ ਨਹੀਂ ਆਉਂਦਾ। ਦ ਪੋਜੀਸ਼ਨ ਆਫ ਡਬਲ ਬੌਂਡ ਫਾਰਮ ਔਰ ਸਮ ਟਾਈਮ ਈਵਨ ਦਾ ਕਾਰਬਨ skeleton may be quite unexpected। ਜਿਹੜਾ ਪੋਜੀਸ਼ਨ ਆਫ ਡਬਲ ਬੌਂਡ ਆ ਜਿਹੜੀ ਆਪਾਂ ਐਕਸਪੈਕਟ ਕਰਦੇ ਹਾਂ ਸਮਟਾਈਮ ਉਹ ਨਹੀਂ ਆਉਂਦੀ। ਫੋਰ ਐਗਜ਼ਾਮਪਲ ਡੀਹਾਈਡਰੋਜਨ ਆਫ ਐਨ ਬੁਟਾਈਲ ਅਲਕੋਹਲ ਗਿਵਨ ਐਨ ਬੁਟਾਈਲ ਅਲਕੋਹਲ ਲੈ ਲਿਆ, ਆਪਣੇ ਕੋਲ ਦੋ ਤਰ੍ਹਾਂ ਦਾ ਮਿਕਸਚਰ ਆਉਣੇ ਚਾਹੀਦੇ ਤੇ ਇੱਕ ਆਉਣਾ ਚਾਹੀਦਾ 1 ਬੁਟੀਨ, ਦੂਸਰਾ ਆਉਣਾ ਚਾਹੀਦਾ ਤਾਂ 2 ਬੁਟੀਨ, ਠੀਕ ਹੈ। ਬਟ ਆਪਣੇ ਕੋਲ ਨੋਰਮਲੀ ਆਪਣੇ ਕੋਲ ਕਿਆ ਫਾਰਮਡ ਹੁੰਦਾ ਇਕੱਲਾ 1 ਬੁਟੀਨ, 2 ਬੁਟੀਨ ਫਾਰਮਡ ਹੀ ਨਹੀਂ ਹੁੰਦਾ, ਠੀਕ ਹੈ। ਅਨਐਕਸਪੈਕਟਡ ਬਟ ਦਾ ਮੇਨ ਵੇਅਰਸ ਨਾਰਮਲੀ ਓਨਲੀ 1 ਬੁਟੀਨ ਸ਼ੁੱਡ ਬੀ ਫਾਰਮ। ਆਪਾਂ ਨੇ ਦੇਖਿਆ ਆਪਾਂ ਨੂੰ ਪਤਾ ਸੌਰੀ ਕਹਿੰਦੇ ਜਦੋਂ ਐਨ ਬੁਟਾਈਲ ਅਲਕੋਹਲ ਦੀ ਤੁਸੀਂ ਕਰਦੇ ਹੋ ਡੀਹਾਈਡਰੋਜਨੇਸ਼ਨ ਕਰਦੇ ਹੋ, ਆਪਣੇ ਕੋਲ ਮਿਕਸਚਰ ਆਫ ਦੋ ਪ੍ਰੋਡਕਟ ਆਉਂਦੇ 2 ਬੁਟੀਨ ਔਰ 1 ਬੁਟੀਨ, ਬਟ ਨਾਰਮਲੀ ਆਪਣੇ ਕੋਲ 1 ਬੁਟੀਨ ਹੀ ਫਾਰਮ ਹੁੰਦਾ ਹੈ। ਜਿਹੜਾ 2 ਬੁਟੀਨ ਆ ਉਹ ਆਪਣੇ ਲਈ ਬਹੁਤ ਹੀ ਅਨਐਕਸਪੈਕਟਡ ਦਾ ਪ੍ਰੋਡਕਟ ਹੈ। ਕਿਉਂ ਹੁੰਦਾ ਹੈ? ਦ ਫਾਰਮੇਸ਼ਨ ਆਫ ਅਨਐਕਸਪੈਕਟਡ ਪ੍ਰੋਡਕਟ ਇਜ਼ ਸ਼ੋਨ ਅਬਵ ਕੈਨ ਬੀ ਐਕਸਪਲੇਨ ਦ ਟਰਮ ਆਫ ਰੀਅਰੇਂਜਮੈਂਟ ਆਫ ਇੰਟਰਮੀਡੀਏਟ ਕਾਰਬੋਕੇਟਾਈਨ, ਕਿ ਆਪਾਂ ਨੇ ਕਿਆ ਕਰਨਾ ਕਾਰਬੋਕੇਟਾਈਨ ਨੂੰ ਕਿਆ ਕਰ ਦੇਣਾ ਇੰਟਰਮੀਡੀਏਟ ਰੀਅਰੇਂਜਮੈਂਟ ਦੇ ਦੇਣੀ, ठीक है। इट हैज़ बिन ऑब्जर्व दैट कार्बोकेटाइन टेंड टू रीअरेंज टू फॉर्म अ स्टेबल आयन। क्या समटाइम्स क्या होंगे सैकेंडरी बने प्राइमरी बने होंगे, प्राइमरी तुम सैकेंडरी कन्वर्ट कर दो, सैकेंडरी बने सैकेंडरी नूं टर्शरी कन्वर्ट कर देंगे हो। दिस रीअरेंजमेंट यूजली इन्वॉल्व द माइग्रेशन ऑफ हाइड्राइड आयन दैट इज हाइड्रोजन एटम along the pair of bonding electron and from an adjacent carbon atom to the positively charged carbon of the carbocation। such migration is known as hydride shift। ਆਪਾਂ ਕੀ ਕਰਦੇ ਹਾਂ ਹਾਈਡਰਾਈਡ shift। ਵੈਸੇ ਤਾਂ ਆਪਾਂ ਨੂੰ ਪਤਾ ਆਪਣੇ ਕੋਲ ਹਾਈਡਰੋਜਨ ਹਮੇਸ਼ਾ H ਪੋਜ਼ਿਟਿਵ ਬਣ ਜਾਂਦਾ, ਪਰ ਸਮ ਟਾਈਮ ਇੱਕ ਐਵੇਂ ਦਾ ਵੀ ਆਉਂਦਾ ਕਿ ਆਪਣੇ ਕੋਲ H ਨੈਗੇਟਿਵ ਹੁੰਦਾ। H ਨੈਗੇਟਿਵ ਇਹਨੂੰ ਆਪਾਂ ਪ੍ਰੋਟੋਨ ਕਹਿੰਦੇ, ਇਹਨੂੰ ਆਪਾਂ ਹਾਈਡਰਾਈਡ ਕਹਿੰਦੇ ਆ। ਕਹਿੰਦੇ ਕਿਆ ਹੁੰਦਾ ਕਈ ਵਾਰ ਆਪਣੇ ਕੋਲ ਕਿਆ ਬਣਿਆ ਹੁੰਦਾ ਪ੍ਰਾਇਮਰੀ ਕਾਰਬੋਕੇਟਾਈਨ ਬਣਿਆ, ਪਰ ਪ੍ਰਾਇਮਰੀ ਕਾਰਬੋਕੇਟਾਈਨ ਤਾਂ ਲੈਸ ਸਟੇਬਲ ਆ ਤੇ ਜਿਹਦਾ ਇਹਦਾ ਪ੍ਰੋਡਕਟ ਬਣੂਗਾ ਉਹ ਵੀ ਘੱਟ ਬਣੂਗਾ। ਸੋ ਆਪਾਂ ਕੀ ਕਰਨੇ ਆ H ਹਾਈਡਰੋਜਨ ਜਾਂਦਾ ਪਰ ਆਪਣੇ ਇਲੈਕਟ੍ਰੋਨ ਨਾਲ ਲੈ ਕੇ ਜਾਂਦਾ। ਜਦੋਂ ਹਾਈਡਰੋਜਨ ਦੇਖੋ ਇੱਥੇ ਕਿਆ ਹੈ ਆਪਣੇ ਕੋਲ ਪ੍ਰਾਇਮਰੀ ਬਣਿਆ, ਇਹਦੇ ਨਾਲ ਇੱਕ ਕਾਰਬਨ ਲੱਗਿਆ, ਠੀਕ ਹੈ। ਜੇ ਮੈਂ ਇੱਥੇ ਤੋਂ ਸ਼ਿਫਟ ਕਰ ਦਵਾਂ ਇਹਨੂੰ, ਠੀਕ ਹੈ, ਇਹਨੂੰ ਮੈਂ ਇੱਥੇ ਸ਼ਿਫਟ ਕਰਤਾ, ਹਾਈਡਰੋਜਨ ਆਪਣੇ ਇਲੈਕਟ੍ਰੋਨ ਨਾਲ ਲੈ ਕੇ ਜਾਊਂਗਾ, ਇਹ ਹਾਈਡਰੋਜਨ ਇੱਥੇ ਸ਼ਿਫਟ ਹੋਗਾ, ਕਾਰਬਨ ਕਿੱਥੇ ਸ਼ਿਫਟ ਹੋ ਗਿਆ ਇਸ ਪੋਜੀਸ਼ਨ ਦੇ ਉੱਪਰ। ਸੋ ਇਹਦੇ ਨਾਲ ਕੋਈ ਹੋਰ CH3 ਲੱਗਿਆ ਹੋਊਗਾ। ਹੁਣ ਦੇਖੋ ਇੱਥੇ ਵੀ ਇੱਕ C ਲੱਗਿਆ, ਇੱਥੇ ਪ੍ਰਾਇਮਰੀ ਬਣ ਰਿਹਾ। ਜਦੋਂ ਕਾਰਬੋਕੇਟਾਈਨ ਇੱਥੇ ਪ੍ਰਾਇਮਰੀ ਬਣ, ਜਦੋਂ ਕਾਰਬੋਕੇਟਾਈਨ ਇੱਥੇ ਪਹੁੰਚ ਗਿਆ ਤਾਂ ਕਿਹੜਾ ਬਣ ਗਿਆ ਸੈਕੰਡਰੀ ਬਣ ਗਿਆ। ਸੈਕੰਡਰੀ ਜ਼ਿਆਦਾ ਸਟੇਬਲ ਐਜ਼ ਕੰਪੇਅਰ ਟੂ ਪ੍ਰਾਇਮਰੀ ਦੇ, ਯਾਨੀ ਕਿ ਇੱਕ ਹਾਈਡਰੋਜਨ ਨੂੰ ਉਹਦੇ ਇਲੈਕਟ੍ਰੋਨਸ ਦੇ ਨਾਲ ਸ਼ਿਫਟ ਕਰਨਾ ਉਹਨੂੰ ਕਿਆ ਕਹਿੰਦੇ ਹਾਈਡਰਾਈਡ ਸ਼ਿਫਟ, ਤਾਂ ਕਿ ਆਪਣੇ ਕੋਲ ਕਾਰਬੋਕੇਟਾਈਨ ਜ਼ਿਆਦਾ ਸਟੇਬਲ ਫਾਰਮ ਹੋ ਸਕੇ। ਦੂਸਰੀ ਤਰਫ ਆਉਂਦਾ ਅਲਕਾਈਲ ਸ਼ਿਫਟ, ਯਾਨੀ ਕਿ ਉਹੀ ਸੇਮ ਕਿ ਅਲਕਾਈਲ ਪੋਜੀਸ਼ਨ ਇੱਕ ਪੋਜੀਸ਼ਨ ਤੋਂ ਸ਼ਿਫਟ ਕਰਕੇ ਦੂਸਰੀ ਪੋਜੀਸ਼ਨ ਤੇ ਲੈਣਾ, ਉਹਨੂੰ ਅਲਕਾਈਲ ਗਰੁੱਪ ਨੇ। ਇੱਕ ਜਗ੍ਹਾ ਹਾਈਡਰਾਈਡ ਆਉਂਦਾ, ਇੱਕ ਜਗ੍ਹਾ ਕਿਆ ਆਉਂਦਾ ਅਲਕਾਈਲ ਸ਼ਿਫਟ ਆਉਂਦਾ। एग्जाम्पल ऑफ हाइड्राइड शिफ्ट देखो अपने को अपने को एन ब्यूटीन है, एन ब्यूटाइल अल्कोहल है, ठीक है। ਉਹਦੇ ਵਿੱਚੋਂ ਆਪਾਂ ਨੇ ਕਿਆ ਰਿਮੂਵ ਕਰਨਾ ਵਾਟਰ, ਉਹਨੂੰ ਕਿਸੇ ਐਸਿਡ ਦੇ ਨਾਲ ਰਿਐਕਟ ਕੀਤਾ ਇਨ ਦਾ ਪ੍ਰੈਜ਼ੈਂਸ H ਪੋਜ਼ਿਟਿਵ ਦਾ ਮਤਲਬ ਐਸਿਡ, ਵਾਟਰ ਮੋਲੀਕੂਲ ਰਿਮੂਵ ਹੋ ਗਿਆ। ਜਦੋਂ ਵਾਟਰ ਮੋਲੀਕੂਲ ਰਿਮੂਵ ਹੋਇਆ ਆਪਣੇ ਕੋਲ ਫਾਰਮੇਸ਼ਨ ਹੋ ਗਈ, H ਤੋਂ ਵਾਟਰ ਮੋਲੀਕੂਲ ਜਾਣਾ, OH ਨੈਗੇਟਿਵ ਇੱਥੇ ਤੋਂ ਜਾਣਾ, ਇੱਥੇ ਫਾਰਮ ਹੋ ਗਿਆ, ਆਪਣੇ ਕੋਲ ਪ੍ਰਾਇਮਰੀ ਕਾਰਬੋਕੇਟਾਈਨ ਬਣ ਗਿਆ। ਬਟ ਆਪਾਂ ਨੂੰ ਤਾਂ ਪਤਾ ਹੈ ਵੀ ਪ੍ਰਾਇਮਰੀ ਪ੍ਰੋਡਕਟ ਬਹੁਤ ਥੋੜਾ ਬਣਨਾ ਕਿਉਂਕਿ ਪ੍ਰਾਇਮਰੀ ਲੈਸ ਸਟੇਬਲ ਹੈ, ਉਸ ਤੋਂ ਜ਼ਿਆਦਾ ਤਾਂ ਸੈਕੰਡਰੀ ਹੈ, ਸੈਕੰਡਰੀ ਜ਼ਿਆਦਾ ਟਰਸ਼ਰੀ ਹੈ। ਤਾਂ ਆਪਾਂ ਕਿਆ ਕੋਸ਼ਿਸ਼ ਕਰਾਂਗੇ ਕਿ ਆਪਾਂ ਸੈਕੰਡਰੀ ਜਾਂ ਫਿਰ ਟਰਸ਼ਰੀ ਬਣਾ ਸਕੀਏ। ਹੁਣ ਇੱਥੇ ਦੇਖੋ 2 ਹਾਈਡਰੋਜਨ ਲੱਗੇ ਆ, ਇੱਥੇ ਆਪਾਂ ਇਹਨਾਂ ਨੂੰ ਓਪਨ ਕਰਕੇ ਲਿਖ ਲਿਆ। ਹੁਣ ਮੈਂ ਇੱਕ ਹਾਈਡਰੋਜਨ ਉਹਦੇ ਇਲੈਕਟ੍ਰੋਨਸ ਦੇ ਨਾਲ ਹੀ ਬਾਹਰ ਭੇਜ ਦੇਣਾ। ਜਦੋਂ ਇੱਥੇ ਇਹ ਵਾਲੇ ਦੋਨੋਂ ਇਲੈਕਟ੍ਰੋਨ, ਇੱਥੇ 2 ਇਲੈਕਟ੍ਰੋਨ, ਜਦੋਂ ਦੋਨੋਂ ਇਲੈਕਟ੍ਰੋਨ ਇੱਥੇ ਜਾਣਗੇ ਇਹਦਾ ਪੋਜ਼ਿਟਿਵ ਚਾਰਜ ਖਤਮ ਹੋ ਗਿਆ। ਪੋਜ਼ਿਟਿਵ ਚਾਰਜ ਕਿਹਦੇ ਪਰ ਆ ਗਿਆ ਇਸ ਕਾਰਬਨ ਦੇ ਉੱਪਰ। ਕਿਹੜਾ ਬਣ ਗਿਆ ਪ੍ਰਾਇਮਰੀ ਤੋਂ 2 ਅਲਕਾਈਲ ਗਰੁੱਪ ਸਾਈਡ ਤੋਂ ਲੱਗੇ ਆ ਤਾਂ ਕਿਹੜਾ ਬਣ ਗਿਆ ਸੈਕੰਡਰੀ। ਤਾਂ ਜਿਹੜਾ ਆਪਣੇ ਕੋਲ ਮੇਨ ਪ੍ਰੋਡਕਟ ਹੋਏਗਾ 1 ਬਿਊਟੀਨ ਤੋਂ ਖਤਮ ਹੋ ਕੇ ਉਹਦੇ ਪਰ ਸ਼ਿਫਟ ਹੋ ਗਿਆ 2 ਬਿਊਟੀਨ ਦੇ ਉੱਪਰ। ਉਸ ਤੋਂ ਬਾਅਦ ਦੇਖੋ ਡੀਹੈਲੋਜੀਨੇਸ਼ਨ ਆਫ ਵਿਸੀਨਲ ਡਾਈਹੈਲਾਈਡ। ਵਿਸੀਨਲ ਡਾਈਹੈਲਾਈਡਸ ਹੁੰਦੇ ਆ ਜਿਨ੍ਹਾਂ ਦੇ ਵਿੱਚ ਦੋ ਹੈਲੋਜਨ ਲੱਗੇ ਹੁੰਦੇ ਨੇ ਐਡਜੈਸੈਂਟ ਕਾਰਬਨ ਦੇ ਉੱਪਰ।
ਐਡਜਸਨ ਦੇ ਯਾਨੀ ਕਿ ਨਾਲ ਵਾਲੇ ਕਾਰਬਨ ਦੇ ਉੱਪਰ। ਕਹਿੰਦੇ ਜੇ ਤੁਸੀਂ ਵਿਸਨਲ ਡਾਈ ਹੈਲਾਈਡਸ ਨੂੰ ਰਿਐਕਟ ਕਰਦੇ ਹੋ ਜ਼ਿੰਕ ਦੇ ਨਾਲ ਤੇ ਹੀਟ ਕਰਦੇ ਹੋ ਆਪਣੇ ਕੋਲ ਅਲਕੀਨ ਦੀ ਫਾਰਮੇਸ਼ਨ ਹੁੰਦੀ ਤੇ ਜ਼ਿੰਕ ਹੈਲਾਈਡਸ ਕਿਆ ਹੋ ਜਾਂਦੇ ਨੇ, ਰਿਮੂਵ ਹੋ ਜਾਂਦੇ। ਸਿਮਿਲਰ ਵੇ ਇਥਾਈਲੀਨ ਡਾਈਬ੍ਰੋਮਾਈਡ ਲੱਤਾ, ਉਹਨੂੰ ਜ਼ਿੰਕ ਨਾਲ ਰਿਐਕਟ ਕੀਤਾ, ਹੀਟ ਕੀਤਾ, ਆਪਣੇ ਕੋਲ ਇਥਾਈਲੀਨ ਬਣ ਗਿਆ ਔਰ ਜ਼ਿੰਕ ਬ੍ਰੋਮਾਈਡ ਕਿਆ ਹੋ ਗਿਆ, ਰਿਮੂਵ ਹੋ ਗਿਆ। ਮੈਕੈਨਿਜ਼ਮ ਦੇਖ ਲਓ, ਵਿਸਨਲ ਡਾਈ ਹੈਲਾਈਡ ਹੈ, ਜ਼ਿੰਕ ਨੇ ਪਹਿਲਾਂ ਇੱਕ ਹੈਲੋਜਨ ਤੇ ਰਿਐਕਟ ਕਰਨਾ, ਉਹਨੂੰ ਆਪਣੇ ਨਾਲ ਲੈ ਜਾਣਾ, ਠੀਕ ਹੈ, ਇਹਦੇ ਨਾਲ ਬੌਂਡ ਬਣਾ ਲੈਣਾ, ਟ੍ਰਾਂਜੈਕਸ਼ਨ ਸਟੇਟ ਬਣਨੀ ਹੈ, ਜ਼ਿੰਕ ਨੇ ਇਹਦੇ ਨਾਲ ਬੌਂਡ ਬਣਾ ਲੈਣਾ, ਆਹ ਬੌਂਡ ਪਾਰਸ਼ਲੀ ਬ੍ਰੇਕ ਹੋਣਾ, ਇੱਥੇ ਪਾਰਸ਼ਲੀ ਫਾਰਮ ਹੋਣਾ, ਇੱਥੇ ਵੀ ਬੌਂਡ ਪਾਰਸ਼ਲੀ ਫਾਰਮ ਹੋਣਾ, ਇੱਥੋਂ ਪਾਰਸ਼ਲੀ ਬ੍ਰੇਕ ਹੋ ਜਾਣਾ, ਠੀਕ ਹੈ। ਜ਼ਿੰਕ ਨੇ ਆਪਣੇ ਨਾਲ ਹਾਈ A ਲੈ ਕੇ ਜਾਣਾ, ਜਦੋਂ A ਲੈ ਕੇ ਜਾਊਂਗਾ ਇੱਥੇ ਤੇ ਇਹ ਪੋਜ਼ਿਟਿਵ ਦੇ ਰੂਪ 'ਚ ਜਾਊਂਗਾ, ਜਿਹੜਾ ਆਹ ਇਲੈਕਟ੍ਰੋਨ ਹੈ ਕਿਹਨੂੰ ਦੇ ਕੇ ਜਾਊਂਗਾ, ਇਸ ਕਾਰਬਨ ਨੂੰ। ਕਾਰਬਨ ਡਬਲ ਕਾਰਬਨ ਆਪਣੇ ਆਪਣਾ 5 ਬੌਂਡ ਬਣਾ ਨਹੀਂ ਸਕਦਾ, ਇਸ ਕਰਕੇ ਜਿਹੜਾ ਇਹ ਵਾਲਾ ਹੈਲੋਜਨ ਹੈ ਇਹ ਵੀ ਕਿਆ ਹੋਊਗਾ, ਰਿਮੂਵ ਹੋਊਗਾ। ਆਪਣੇ ਕੋਲ ਫਾਰਮੇਸ਼ਨ ਹੋਗੀ ਕਿਹਦੀ, ਕਾਰਬਨ ਐਲਕਾਈਲ ਇਥਾਈਲੀਨ ਦੀ ਔਰ ਜ਼ਿੰਕ ਹੈਲਾਈਡ ਕਿਆ ਹੋ ਗਿਆ ਆਪਣੇ ਕੋਲ, ਰਿਮੂਵ ਹੋ ਗਿਆ। ਹੌਫਮੈਨ ਐਲੀਮੀਨੇਸ਼ਨ ਰਿਐਕਸ਼ਨ ਦੇਖੋ ਤਾਂ ਕਿਆ ਕਹਿੰਦੇ ਆਪਣੇ ਟਰਾਈ, ਇਹ ਜਿੰਨੀਆਂ ਵੀ ਨੇਮਿੰਗ ਰਿਐਕਸ਼ਨ ਹੈ ਨਾ ਬਹੁਤ ਇੰਪੋਰਟੈਂਟ ਹੁੰਦੀਆਂ ਨੇ ਪੇਪਰ ਲਈ, ਸੋ ਧਿਆਨ ਨਾਲ ਪੜ੍ਹਨੀ ਹੈ। ਕਹਿੰਦੇ ਜਦੋਂ ਟਰਾਈ ਮਿਥਾਈਲਿਨ ਐਨ ਪ੍ਰੋਪਾਈਲ ਅਮੋਨੀਅਮ ਹਾਈਡਰੋਕਸਾਈਡ ਲੈਤਾ, ਟਰਾਈ ਮਿਥਾਈਲਿਨ ਐਨ ਪ੍ਰੋਪਾਈਲ, ਪਹਿਲਾਂ ਲਿਖਣਾ ਐਨ ਪ੍ਰੋਪਾਈਲ ਕਿਹੜਾ, ਟਰਾਈ ਮਿਥਾਈਲਿਨ ਐਨ ਪ੍ਰੋਪਾਈਲ ਅਮੋਨੀਅਮ ਹਾਈਡਰੋਕਸਾਈਡ ਲੈਤਾ, ਠੀਕ ਹੈ, ਉਹਨੂੰ ਹੀਟ ਕਰਨਾ, ਹੀਟ ਕਰਨ ਤੋਂ ਬਾਅਦ ਆਪਣੇ ਕੋਲ ਪ੍ਰੋਪਾਈਲਿਨ ਆਉਣਾ, ਟਰਾਈ ਮਿਥਾਈਲ ਅਮੀਨ ਰਿਮੂਵ ਹੋਣਾ ਔਰ ਵਾਟਰ ਮੋਲੀਕੂਲ ਵੀ ਕਿਆ ਹੋਣਾ, ਰਿਮੂਵ ਹੋ ਜਾਣਾ। ਹੁਣ ਦੇਖੋ ਇਹਦਾ ਮੈਕੈਨਿਜ਼ਮ ਦੇਖੋ ਤਾਂ ਕਹਿੰਦੇ ਇਹ ਆਪਾਂ ਨੇ ਕਿਆ ਲਿੱਤਾ, ਟਰਾਈ ਮਿਥਾਈਲਿਨ ਐਨ ਪ੍ਰੋਪਾਈਲ ਅਮੋਨੀਅਮ ਹਾਈਡਰੋਕਸਾਈਡ, ਠੀਕ ਹੈ, ਇਹ ਆਪਾਂ ਨੇ ਸਾਰਾ ਲੈ ਲਿਆ, ਠੀਕ ਹੈ, ਉਹਨੂੰ ਹੀਟ ਕਰਨਾ। ਜਦੋਂ ਤੁਸੀਂ ਇਹਨੂੰ ਹੀਟ ਕਰੋਗੇ, ਦ ਮੈਕੈਨਿਜ਼ਮ ਆਫ ਹੌਫਮੈਨ ਐਲੀਮੀਨੇਸ਼ਨ ਇਨਵੋਲਵ ਦ ਰਿਮੂਵਲ ਆਫ ਪ੍ਰੋਟੋਨ ਫਰੋਮ ਦ ਬੀਟਾ ਕਾਰਬਨ ਤੋਂ ਕਾਰਬਨ। ਹੁਣ ਇਹਦੇ ਨਾਲ ਜਿਹਦੇ ਨਾਲ ਫੰਕਸ਼ਨਲ ਗਰੁੱਪ ਲੱਗਿਆ ਹੁੰਦਾ ਹਮੇਸ਼ਾ ਉਹ ਕਿਆ ਹੁੰਦਾ, ਅਲਫਾ ਕਾਰਬਨ ਹੁੰਦਾ, ਇਹਦੇ ਨਾਲ ਫੰਕਸ਼ਨਲ ਗਰੁੱਪ ਲੱਗਿਆ ਐਨ ਅਮੀਨ, ਠੀਕ ਹੈ, ਟਰਾਈਮਿਥਾਈਲ ਅਮੀਨ ਇਹ ਆ, ਇਹਦੇ ਨਾਲ ਇਸ ਕਾਰਬਨ ਨਾਲ ਟਰਾਈਮਿਥਾਈਲ ਅਮੀਨ ਲੱਗਿਆ, ਠੀਕ ਹੈ, ਤਾਂ ਇਹ ਅਲਫਾ ਹੋ ਗਿਆ ਤਾਂ ਨੈਕਸਟ ਕਿਹੜਾ ਹੋ ਗਿਆ, ਬੀਟਾ। ਕਹਿੰਦੇ ਕਿਆ ਹੋਣਾ ਹੈ ਕਿ ਹੌਫਮੈਨ ਐਲੀਮੀਨੇਸ਼ਨ ਰਿਐਕਸ਼ਨ ਦੇ ਵਿੱਚ ਜਿਹੜਾ ਕੁਆਟਰਨਰੀ ਅਮੋਨੀਅਮ ਆਇਨ ਲੱਗਿਆ, ਕੁਆਟਰਨਰੀ ਅਮੋਨੀਅਮ ਆਇਨ ਇਹ ਵਾਲਾ, ਠੀਕ ਹੈ, ਇਹਦੇ ਨਾਲ ਕਿਆ ਹੋਊਗਾ, ਜਿਹੜਾ ਇਹਦੇ ਨਾਲ ਕਾਰਬਨ ਅਲਫਾ, ਉਸ ਤੋਂ ਨੈਕਸਟ ਕਾਰਬਨ ਬੀਟਾ, ਉਸ ਜਿਹੜਾ ਬੀਟਾ ਕਾਰਬਨ ਨਾਲ ਹਾਈਡਰੋਜਨ ਹੋਊਗਾ ਉਹਨੂੰ ਕੋਈ ਬੇਸ ਕੇ ਕਰੂੰਗਾ, ਰਿਮੂਵ ਕਰਕੇ ਲੈ ਕੇ ਜਾਊਂਗਾ, ਜਦੋਂ ਬੇਸ ਉਹਨੂੰ ਲੈ ਕੇ ਜਾਊਂਗਾ ਵਾਟਰ ਮੋਲੀਕੂਲ ਰਿਮੂਵ ਹੋਊਗਾ ਤਾਂ ਹਾਈਡਰੋਜਨ H ਪੋਜ਼ਿਟਿਵ ਦੇ ਰੂਪ 'ਚ ਆਊਂਗਾ, ਜਿਹੜੇ ਆਹ 2 ਇਲੈਕਟ੍ਰੋਨਸ ਜਿਹੜਾ ਬੌਂਡ ਹੈ ਇਹਨੂੰ, ਇਹ ਇਲੈਕਟ੍ਰੋਨ ਕਿਹਨੂੰ ਦੇ ਕੇ ਜਾਊਂਗਾ, ਕਾਰਬਨ ਨੂੰ, ਇੱਥੇ ਡਬਲ ਬੌਂਡ ਆ ਜਾਏਗਾ, ਕਾਰਬਨ ਆਪਣੇ ਆਪਣਾ 5 ਬੌਂਡ ਨਹੀਂ ਬਣਾ ਸਕਦਾ, ਇਸ ਕਰਕੇ ਜਿਹੜਾ ਕਾਰਬਨ ਤੇ ਨਾਈਟ੍ਰੋਜਨ ਵਾਲਾ ਬੌਂਡ ਆ ਉਹ ਵੀ ਕਿਆ ਹੋ ਜਾਏਗਾ, ਟੁੱਟ ਜਾਏਗਾ, ਤਾਂ ਆਪਣੇ ਕੋਲ ਵਾਟਰ ਮੋਲੀਕੂਲ ਰਿਮੂਵ ਹੋ ਜਾਣਗੇ, ਟਰਾਈਐਥਾਈਲ ਅਮੀਨ ਰਿਮੂਵ ਹੋ ਜਾਏਗਾ ਔਰ ਆਪਣੇ ਕੋਲ ਕਿਸ ਚੀਜ਼ ਦੀ ਫਾਰਮੇਸ਼ਨ ਹੋ ਜਾਏਗੀ, ਐਲਕੀਨ ਦੀ।